ਆਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਾਂ ਉਹਨਾਂ ਨੇ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਉਹ ਪਿੰਡਾਂ ਦੇ ਵਿੱਚ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਉਹ ਮਲੋਟ ਦੇ ਵਿੱਚ ਗਏ ਜਿੱਥੇ ਉਹਨਾਂ ਨੇ ਹਰਪ੍ਰੀਤ ਸਿੰਘ ਕੋਟ ਭਾਈ ਨੂੰ ਉੱਥੋਂ ਉਮੀਦਵਾਰ ਐਲਾਨਤਾ ਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਪਿਛਲੇ ਕਈ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਅਸਤੀਫੇ ਦਵਾ ਕੇ ਅਕਾਲੀ ਦਲ 'ਚ ਜੁਆਇਨ ਕਰਾ ਰਿਹਾ ਹੈ ਜੀ। ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਬਹੁਤ ਸਾਰੀਆਂ ਆਗੂ ਖਾਸ ਕਰ ਕਿਸਾਨ ਆਗੂ ਜੀ ਜਿੱਦਣ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ ਉਦੋਂ ਤੋਂ ਹੀ ਕਹਿ ਰਹੇ ਸੀ ਕਿ ਇਹ ਸਿਰਫ ਡਰਾਮੇਬਾਜ਼ੀ ਹੈ, ਅੰਦਰ ਖਾਤੇ ਇਹ ਇਕੱਠੇ ਹੀ ਨੇ ਜੀ। ਇਹਨਾਂ ਦਾ ਜੀ ਨਹੀਂ ਕਰਦਾ। ਤੁਹਾਨੂੰ ਯਾਦ ਹੋਣਾ ਜਦੋਂ ਤੋਮਰ ਸਾਹਿਬ ਪਿਛਲੇ ਸੈਸ਼ਨ ਦੇ ਵਿੱਚ ਆਏ ਸੀ ਤਾਂ ਉਹ ਵਿਰੋਧ ਵਾਲੇ ਬਿੱਲ ਸੁਖਬੀਰ ਸਿੰਘ ਨੇ ਪਿੱਛੇ ਨੂੰ ਲੁਕੋਲੇ ਸੀਗੇ ਜੀ। ਇਹ ਕਿਹਾ ਜਾ ਰਿਹਾ ਹੈ ਕਿ ਇਹ ਸਟ੍ਰੈਟਜੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਗਈ ਹੈ ਕਿ ਜਿਨ੍ਹਾਂ 22-23 ਬੰਦਿਆਂ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਚੋਣ ਲੜਾਉਣੀ ਹੈ ਜੀ ਉਹਨਾਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਾ ਕੇ ਲੜਾ ਲਓ। ਜੀ। ਜਿਵੇਂ ਦਿੱਲੀ ਦੇ ਵਿੱਚ ਆ ਸਰਸੇ ਹੋਰੀ ਬੰਦੇ ਅਕਾਲੀ ਦਲ ਦੇ ਤੇ ਟਿਕਟ ਭਾਰਤੀ ਜਨਤਾ ਪਾਰਟੀ ਤੋਂ ਲੜੇ ਸੀਗੇ ਜੀ। ਕਿ 2006 ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਕਰਜ਼ਾ ਮਾਫ ਦੀ ਗੱਲ ਕੀਤੀ ਸੀ ਤੇ ਉਹ ਤੋਂ ਬਾਅਦ ਇੱਕ ਸੁਖਬੀਰ ਬਾਦਲ ਨੇ ਮੰਗਿਆ ਸੀ ਕਿ ਤੁਹਾਡੇ ਕੋਲ ਪ੍ਰੂਫ ਕੀ ਹੈ। ਉਹਨਾਂ ਨੇ ਇੱਕ ਕਟਿੰਗ ਦਿੱਤੀ ਹੈ ਉਹਨਾਂ ਨੂੰ ਤੇ ਸੁਖਬੀਰ ਸਿੰਘ ਬਾਦਲ ਨੇ ਉਹ ਬੰਦੇ ਦੀ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਇਹ ਕਹਿੰਦੇ ਕਾਂਗਰਸੀ ਏਜੰਟ ਆ, ਕਿਸਾਨ ਨਹੀਂ ਹੈਗਾ ਜੀ। ਇਹ ਅੱਜ ਦੀ ਨਹੀਂ ਜੀ। ਇੱਕ ਬੰਦੇ ਤੇ ਜਬਰ ਜਨਾਹ ਵਰਗਾ ਕੇਸ ਦਰਜ ਸੀ ਆਪਣੇ ਨੇੜੇਲੇ ਹਲਕੇ ਦਾ ਜੀ। ਉਹ ਪਹਿਲਾਂ ਗੈਰ ਪੰਥਕ ਬੰਦਾ ਸੀ ਜੀ। ਜਿੱਦਣ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਅਜੇ ਤੱਕ ਉਹਦਾ ਕੇਸ ਚੱਲੀ ਜਾਂਦਾ ਹੈ ਜੀ। ਉਦੋਂ ਬਾਅਦ ਉਹ ਪੰਥਕ ਬਣ ਗਿਆ ਜੀ। ਉਹਦੇ ਤੇ ਉਹ ਜਿਹੜਾ ਜਬਰ ਜਨਾਹ ਦਾ ਦੋਸ਼ ਅਦਾਲਤਾਂ ਤਾਂ ਪਤਾ ਨਹੀਂ ਕਦੋਂ ਖਤਮ ਕਰਨਗੀਆਂ ਇਹਨਾਂ ਨੇ ਉਹਨੂੰ ਦੁੱਧ ਧੋਤਾ ਬਣਾਤਾ ਨਾਲ ਲੈ ਆ। ਸੋ ਇਹਨਾਂ ਰਾਜਸੀ ਆਗੂਆਂ ਦਾ ਕੋਈ ਦੀਨਮਾਨ ਨਹੀਂ ਹੈਗਾ। ਇਹਨਾਂ ਨੇ ਇੱਕੋ ਹੀ ਨਿਸ਼ਾਨਾ ਕਿ ਸਾਨੂੰ ਕੁਰਸੀ ਕਿਵੇਂ ਮਿਲੇ, ਉਦੋਂ ਕੋਈ ਅਸੂਲ ਨਹੀਂ। ਪਿੰਡਾਂ ਦੇ ਲੋਕਾਂ ਨੇ ਹੁਣ ਕਹਿਤਾ ਕਿ ਜਿਹੜੇ ਸਿਆਸੀ ਲੀਡਰ ਨੇ ਸੋਚ ਸਮਝ ਕੇ ਜਿਹੜਾ ਉਹ ਪਿੰਡਾਂ ਦੇ ਵਿੱਚ ਵੜਨ ਉਹ ਕਿ ਅਵਾਰਾ ਡੰਗਰ ਜੀ ਤੇ ਲੀਡਰਾਂ ਦਾ ਪਿੰਡ 'ਚ ਵੜਨਾ ਮਨਾ ਹੈ ਜੀ। ਮਤਲਬ ਇਹਨਾਂ ਨੂੰ ਕੰਪੈਰੀਜ਼ਨ ਦੇਖੋ ਕਿੱਥੇ ਕੀਤਾ ਜੀ। ਇੱਕ ਪਾਸੇ ਸਰਕਾਰ ਸਾਤੋਂ ਗਊ ਸੈਸ ਦੇ ਪੈਸੇ ਵਸੂਲ ਰਹੀ ਹੈ ਜੀ। ਬਿਜਲੀ ਦੇ ਬਿੱਲ ਭਰੀਏ ਉਹਦੇ ਤੇ ਵੀ ਹੈ, ਹੋਰਾਂ ਥਾਵਾਂ ਤੇ ਵੀ ਹੈ ਜੀ। ਜੇ ਸਾਤੋਂ ਤੁਸੀਂ ਗਊ ਸੈਸ ਲੈ ਰਹੇ ਹੋ ਤੇ ਫਿਰ ਇਹਨਾਂ ਮਾਤਾ ਜੀ ਨੂੰ ਕਿਤੇ ਟਿਕਾਣੇ ਵੀ ਲਾਓ ਜੀ। ਮੈਂ 20 ਸਾਲ ਤੋਂ ਇਹ ਗੱਲ ਕਹਿ ਰਿਹਾ ਸਰਕਾਰਾਂ ਨੂੰ ਇੱਕ ਨੀਤੀ ਬਣਾ ਦਿਓ ਜੀ। ਹਰ ਸ਼ਹਿਰ ਹਰ ਪਿੰਡ ਦੇ ਵਿੱਚ ਗਊਸ਼ਾਲਾ ਹੋਵੇ ਜੀ। ਉਹਦੇ ਵਿੱਚ ਜਿਹੜੇ ਪਿਤਾ ਜੀ ਅੱਡ ਕਰ ਦਿਓ ਜੀ। ਮਾਤਾ ਜੀ ਨੂੰ ਇੱਕ ਪਾਸੇ ਰੱਖ ਲਓ, ਨਾਲ ਤਾਂ ਅਗਲੀ ਜਨਰੇਸ਼ਨ ਵੀ ਘਟ ਜਾਊਗੀ ਜੀ। ਨਾਲੇ ਇੱਕ ਸਮੇਂ ਤੋਂ ਬਾਅਦ ਇਹਨਾਂ ਦੀ ਗਿਣਤੀ ਘਟ ਜੂਗੀ। ਪੰਜਾਬ ਪ੍ਰਧਾਨ ਦੀ ਤਾਂ ਉਹਨਾਂ ਦੇ ਜਿਹੜੇ ਸਲਾਹਕਾਰ ਲਗਾਏ ਗਏ ਨੇ ਉਹ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ, ਜਿਸ ਨੂੰ ਲੈ ਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਉਹਨਾਂ ਦੇ ਸਲਾਹਕਾਰਾਂ ਤੋਂ ਜਿਹੜੇ ਜਵਾਬ ਦਿੰਦੇ ਨੇ, ਜਿਹੜੇ ਉਹ ਜਵਾਬ ਮੰਗਦੇ ਨੇ ਜੀ, ਉਹਨਾਂ ਦੇ ਜਵਾਬ ਮੰਗਣੇ, ਜਾਣਕਾਰੀ ਮੰਗੀ ਆ। ਜਿਨ੍ਹਾਂ ਦੇ ਪੈਰ ਮਿੱਧ ਕੇ ਨਵਜੋਤ ਸਿੰਘ ਸਿੱਧੂ ਆਇਆ ਹੈ ਜੀ ਉਹਨਾਂ ਨੂੰ ਕਿਵੇਂ ਭਾਊਂਗਾ ਕਿ ਨਵਜੋਤ ਸਿੰਘ ਸਿੱਧੂ ਕਾਮਯਾਬ ਹੋਵੇ ਇੱਥੇ ਜੀ। ਜਿਹੜੇ ਲੰਬੇ ਸਮੇਂ ਤੋਂ ਚਿੰਬੜੇ ਹੋਏ ਨੇ ਆਪਸ ਵਿੱਚ ਦੀ ਮਿਲ ਕੇ ਚੱਲਦੇ ਨੇ ਜੀ। ਜੇ ਅੱਜ ਨਵਜੋਤ ਸਿੰਘ ਸਿੱਧੂ ਕਾਮਯਾਬ ਹੋ ਜਾਂਦਾ ਹੈ ਤਾਂ ਜਿਹੜੇ 75-25 ਖੇਡਦੇ ਸੀ ਉਹਨਾਂ ਦੀ ਖੇਡ ਥਾਂ ਖਤਮ ਹੋ ਜਾਵੇਗੀ। ਉਹਨਾਂ ਨੂੰ ਇਹ ਭਾਵੇਗਾ ਨਹੀਂ। ਮੈਂ ਨਵਜੋਤ ਸਿੰਘ ਸਿੱਧੂ ਨੂੰ ਬੇਨਤੀ ਕਰਦਾ ਤੇ ਉਹਨਾਂ ਦੇ ਸਲਾਹਕਾਰ ਸਾਹਿਬਾਨਾਂ ਨੂੰ ਵੀ ਕਿ ਉਹ ਜਿਹੜੀ ਸਲਾਹ ਇੱਕ ਗੱਲ ਕੈਪਟਨ ਸਾਹਿਬ ਨੇ ਕਹੀ ਹੈ ਅੱਜ ਉਹ ਕਿਸੇ ਹੱਦ ਤੱਕ ਠੀਕ ਵੀ ਹੈ ਜੀ। ਵੀ ਜਿਹੜੀ ਸਲਾਹ ਆ ਉਹ ਸਿੱਧੂ ਸਾਹਿਬ ਨੂੰ ਦਿਓ ਜੀ। ਉਹਨੂੰ ਨਾ ਕਿ ਮੀਡੀਆ ਦੇ ਵਿੱਚ ਉਛਾਲੋ। ਇਹਦਾ ਸਿੱਧੂ ਸਾਹਿਬ ਨੂੰ ਕੋਈ ਕਾਇਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਕਿਹੜੇ ਬੰਦੇ ਨੇ ਮੀਡੀਆ ਦੇ ਵਿੱਚ ਜਾਣਾ ਹੈ। ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਤਾਂ ਮੀਡੀਆ ਐਡਵਾਈਜ਼ਰ ਵੀ ਲਾ ਲਏ ਦੋ ਉਹਨਾਂ ਨੇ। ਇਹ ਮੀਡੀਆ 'ਚ ਜਾਣ ਵਾਲੀ ਪ੍ਰਥਾ ਜਿਹੜੀ ਆ ਮੀਡੀਆ ਐਡਵਾਈਜ਼ਰਾਂ ਤੇ ਛੱਡ ਦੇਣੀ ਚਾਹੀਦੀ ਹੈ ਤਾਂ ਬਾਕੀਆਂ ਨੂੰ ਵਾਰ-ਵਾਰ ਨਹੀਂ ਜਾਣਾ ਚਾਹੀਦਾ। ਪਰ ਜਿਹੜੇ ਲੋਕਾਂ ਨੂੰ ਦੀਆਂ ਕੁਰਸੀਆਂ ਖੁੱਸੀਆਂ ਨੇ ਤੇ ਖੁੱਸਣ ਦੀਆਂ ਸੰਭਾਵਨਾ ਲੱਗਦੀ ਹੈ ਉਹਨਾਂ ਨੇ ਕਦੇ ਨਹੀਂ ਕਹਿਣਾ। ਇਹ ਕੜੀ ਰਲ ਕੇ ਘੋਲੀ ਜਾ ਰਹੀ ਹੈ। ਲੰਬੇ ਸਮੇਂ ਤੋਂ ਪੰਜਾਬ ਇੱਕ ਤੀਜੇ ਬਦਲ ਦੀ ਉਡੀਕ ਦੇ ਵਿੱਚ ਹੈ। ਉਹ ਤੀਜਾ ਬਦਲ ਇਹ ਦੋਨੇ ਰਵਾਇਤੀ ਧਿਰਾਂ ਉਹਨੂੰ ਪੈਰਾਂ ਥੱਲੇ ਮਧੋਲ ਦਿੰਦੀਆਂ ਨੇ। ਇਹ ਤਾਂ ਲੋਕਾਂ ਨੇ ਜਾਣਾ ਕਿ ਕੀ ਉਹਨਾਂ ਨੇ ਤੀਜਾ ਬਦਲ ਲਿਆਉਣਾ ਹੈ ਜਾਂ ਵਾਰੀ-ਵਾਰੀ ਇਹਨਾਂ ਦੀ ਛਿੱਤਰ ਖਾਈ ਜਾਣੇ। ਪਿਛਲੇ ਕੁਝ ਦਿਨ ਪਹਿਲਾਂ ਨਾਭਾ ਦੇ ਵਿੱਚ ਪਿੰਡ ਚਹਿਲ ਦੇ ਵਿੱਚ ਕੁਝ ਬੀਬੀਆਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਕੀਤਾ ਸੀਗਾ, ਪਰ ਹੁਣ ਸਾਧੂ ਸਿੰਘ ਧਰਮਸੋਤ ਨਾਲ ਉਹਨਾਂ ਦਾ ਸਮਝੌਤਾ ਹੋਇਆ। ਅਸੀਂ ਕੋਈ ਇਹਨਾਂ ਦੇ ਵਿਰੋਧੀ ਨਹੀਂ ਹੈਗੇ। ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜੋ ਲੋਕਾਂ ਨਾਲ ਤੁਸੀਂ ਵਾਅਦਾ ਕਰਦੇ ਹੋ ਨਾ ਉਹ ਕਰਕੇ ਦਿਖਾਓ।
ਫੋਕੇ ਗੱਲਾਂ ਨਾ ਕਰੋ। ਜੀ। ਹੁਣ ਜਦੋਂ ਇਹ ਪਿੰਡਾਂ ਦੇ ਵਿੱਚ ਜਾਣ, ਜੀ ਮੈਂ ਅੱਜ ਪਹਿਲਾਂ ਵੀ ਕਿਹਾ, ਦੁਬਾਰਾ ਕਹਿ ਦਿੰਦਾ ਜੀ ਕਿ ਰੇਲਾਂ ਤੇ ਸੜਕਾਂ ਰੋਕਣ ਦੀ ਥਾਂ ਤੇ ਜੀ ਲਿਟਰੇਚਰ ਬਣਾਓ, ਬਹੁ ਭਾਸ਼ਾਈ। ਜੀ ਉਹ ਲਿਟਰੇਚਰ ਹਰੇਕ ਬੰਦੇ ਨੂੰ ਇੱਥੇ ਟੋਲ ਟੈਕਸਾਂ ਤੇ ਖੜ ਕੇ ਵੰਡੋ, ਜੀ ਪਿੰਡ ਪਿੰਡ ਪਹੁੰਚਾਓ ਕਿ ਆਹ ਖੇਤੀ ਕਾਨੂੰਨ ਨੇ, ਇਸ ਤਰ੍ਹਾਂ ਹੱਲ ਹੋ ਸਕਦੇ ਨੇ, ਆਹ ਇਹਨਾਂ ਦਾ ਹੱਲ ਹੈ ਜੀ ਤੇ ਸਾਨੂੰ ਉਹਦੇ ਲਈ ਕੀ ਕਰਨਾ ਪਵੇਗਾ। ਜੀ ਜੇ ਅਸੀਂ ਕਹੀਏ ਇਕੱਲੀਆਂ ਸਰਕਾਰਾਂ ਜ਼ਿੰਮੇਵਾਰ ਨੇ, ਸਰਕਾਰਾਂ ਦੇ ਨਾਲ ਅਸੀਂ ਵੀ ਜ਼ਿੰਮੇਵਾਰ ਹਾਂ। ਉਧਰ ਮਜੀਠੀਆ ਕਹਿੰਦਾ ਕਿ ਇਹਨਾਂ ਉੱਪਰ ਜਿਹੜਾ ਉਹ ਪਰਚਾ ਦਰਜ ਕੀਤਾ ਹੋਵੇ ਜਿਹੜੇ ਅਜਿਹੇ ਬਿਆਨ ਦਿੰਦੇ ਨੇ। ਜੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਜੀ ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ। ਜੀ ਹਰ ਵਿਰੋਧੀ ਧਿਰ, ਅੱਜ ਤੱਕ ਮੈਂ ਕਿਸੇ ਵਿਰੋਧੀ ਧਿਰ ਤੋਂ ਕਿਸੇ ਦੀ ਸਰਾਹਨਾ ਕਰਦੇ ਸੁਣਿਆ ਨਹੀਂ। ਜੀ ਕੋਈ ਹੋਵੇ, ਜੀ ਉਹ ਦੂਜੀ ਧਿਰ ਦੇ ਵਿੱਚ ਨੇ, ਉਹਨਾਂ ਨੇ ਤਾਂ ਕੋਈ ਵੀ ਜਿਹੜੀ ਇਹੋ ਜਿਹੀ ਗੱਲ ਪੈਦਾ ਹੁੰਦੀ ਹੈ ਉਹਦੇ ਤੇ ਵਿਰੋਧ ਤੱਕ ਕਰਨੀ ਹੈ। ਜੀ ਇਸ ਕਰਕੇ ਇਹਨੂੰ ਬੜਾ ਨਹੀਂ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਤੇ ਨੁਕਤਾਚੀਨੀ ਕਰਨ। ਪਰ ਮੈਂ ਇਹ ਗੱਲ ਕਰਦਾ, ਭਾਵੇਂ ਸਿੱਧੂ ਸਾਹਿਬ ਹੋਣ ਜਾਂ ਮਜੀਠੀਆ ਸਾਹਿਬ ਹੋਣ, ਭਾਸ਼ਾ ਸੱਭਕ ਕੇ ਵਰਤ ਲਿਆ ਕਰੋ। ਤੁਹਾਡੀ ਜਿਹੜੀ ਭਾਸ਼ਾ, ਜਿੱਥੇ ਤੁਸੀਂ ਪਹੁੰਚ ਗਏ, ਉਹਨਾਂ ਤੋਂ ਇਸ ਤਰ੍ਹਾਂ ਦੀ ਭਾਸ਼ਾ ਦਾ ਲੋਕ ਨਹੀਂ ਪਸੰਦ ਕਰਦੇ। ਕੁਝ ਥੋੜੇ ਬਹੁਤੇ 2-4% ਤੁਹਾਡੀਆਂ ਰੈਲੀਆਂ 'ਚ ਨਾਅਰੇ ਜ਼ਰੂਰ ਲਾ ਦੇਣਗੇ, ਬਾਕੀ ਜਿਹੜਾ ਆਮ ਸੱਭਿਅਕ ਬੰਦਾ ਹੈਗਾ ਉਹਨੂੰ ਇਹ ਭਾਸ਼ਾ ਚੰਗੀ ਨਹੀਂ ਲੱਗਦੀ। ਕਰੋਨਾ ਦੇ ਸਮੇਂ ਜਿਹੜਾ ਉਹ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਇਹ ਕੋਰੀਡੋਰ ਖੋਲ੍ਹਣ ਦੀ ਜਿਹੜੀ ਉਹ ਯਤਨ ਕੀਤਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਖੋਲ੍ਹਿਆ ਜਾਵੇਗਾ। ਉਹ ਕਹਿੰਦੇ ਵੀ ਇੱਕ ਤਾਂ ਉਹਦੇ ਦੋਵੇਂ ਵੈਕਸੀਨ ਦੇ ਟੀਕੇ ਲੱਗੇ ਹੋਣੇ ਚਾਹੀਦੇ ਆ। ਜੀ ਇੱਕ ਜਦੋਂ ਜਿਵੇਂ 22 ਸਤੰਬਰ ਨੂੰ ਗੁਰੂ ਸਾਹਿਬ ਦਾ ਜੋਤੀ, ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਸਮਾਗਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਉਹ ਗੁਰਪੁਰਬ ਉੱਥੇ ਮਨਾਇਆ ਜਾਵੇਗਾ। ਜੀ ਉਹ ਕਹਿੰਦੇ ਵੀ ਜਿਨ੍ਹਾਂ ਨੇ ਉਹਦੇ ਵਿੱਚ ਆਉਣਾ, ਇੱਕ ਤਾਂ ਉਹਦੇ 2 ਜਿਹੜੇ ਟੀਕੇ ਨੇ ਕਰੋਨਾ ਵੈਕਸੀਨ ਦੇ ਲੱਗੇ ਹੋਣ। ਜੀ ਇੱਕ ਮਿਤੀ ਡੇਟ ਪਾ 22 ਸਤੰਬਰ ਨੂੰ ਜਾਣਾ ਹੈ ਤਾਂ 20 ਸਤੰਬਰ ਨੂੰ ਉਹ ਆਪਦੀ ਰਿਪੋਰਟ ਕਰ ਲੈਣ ਜਿਹਦੇ ਵਿੱਚ ਨੈਗੇਟਿਵ ਆਈ ਵੀ ਹੋਵੇ। ਜੀ ਪਲੱਸ ਜਦੋਂ ਉਹ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਣਗੇ ਜੀ ਤਾਂ ਇੱਕ ਟੈਸਟ ਉਹਨਾਂ ਦਾ ਉੱਥੇ ਉਹਨਾਂ ਦੀ ਟੀਮ ਵੀ ਕਰੇਗੀ, ਜਿਹੜੀ ਉਹਦਾ ਪੋਜ਼ਿਟਿਵ ਜਾਂ ਨੈਗੇਟਿਵ ਜੋ ਵੀ ਰਿਪੋਰਟ ਹੈ ਉਹ ਤੁਰੰਤ ਕਰ ਦੇਵੇਗੀ ਜੀ ਤੇ ਉਹਨਾਂ ਨੂੰ ਫਿਰ ਆਗਿਆ ਦਿੱਤੀ ਜਾਵੇਗੀ ਵੀ ਤੁਸੀਂ ਆ ਜਾਓ, ਦਰਸ਼ਨ ਕਰੋ। ਕੋਵਿਡ ਦਾ ਪਸਾਰ ਨਾ ਹੋਵੇ, ਦੋਨਾਂ ਪਾਸਿਆਂ ਦੇ ਉੱਤੇ ਇੱਕ ਦੂਜੇ ਦੇ ਇਲਜ਼ਾਮ ਨਾ ਲੱਗਣ ਕਿ ਫਲਾਨਾ ਪਾਕਿਸਤਾਨ ਗਿਆ ਸੀ ਉੱਥੋਂ ਸਿਹੜ ਲਿਆ ਜਾਂ ਇਹ ਭਾਰਤ ਚੋਂ ਗਿਆ ਸੀ ਪਾਕਿਸਤਾਨ ਵਾਲਿਆਂ ਨੂੰ ਲੈ ਕੇ ਚਲਿਆ ਗਿਆ ਕਰੋਨਾ। ਇਹ ਇੱਕ ਸ਼ਰਤਾਂ ਰੱਖੀਆਂ ਨੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਪੰਜਾਬ ਦੇ ਵੱਖੋ ਵੱਖਰੇ ਮੁੱਦੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਰਹੀ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ, ਤਾਂ ਉਹਨਾਂ ਨੇ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਉਹ ਪਿੰਡਾਂ ਦੇ ਵਿੱਚ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਉਹਨਾਂ ਨੇ 100 ਹਲਕਿਆਂ ਦਾ ਜਿਹੜਾ ਉਹ ਦੌਰਾ ਕਰਨਾ ਹੈ, 100 ਦਿਨ ਲਈ ਦੌਰਾ ਕਰਨਾ ਹੈ। ਉਸ ਦੇ ਤਹਿਤ ਉਹ ਵੱਖੋ ਵੱਖਰੇ ਹਲਕਿਆਂ 'ਚ ਜਾਂਦੇ ਨੇ, ਜਿੱਥੇ ਕਿ ਉਹਨਾਂ ਨੂੰ ਹੁਣ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅੱਜ ਵੀ ਉਹਨਾਂ ਨੂੰ ਜਿਹੜਾ ਉਹ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ। ਭੰਗੂ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ 100 ਦਿਨਾਂ ਦੇ ਵਿੱਚ 100 ਹਲਕਿਆਂ 'ਚ ਜਾਵਾਂਗਾ ਜੀ। ਹਾਲ ਤਾਂ ਗੋੜੇ 'ਚੋਂ ਪੂਣੀ ਨਹੀਂ ਕੱਤੀ ਕਿ ਵਿਰੋਧ ਸ਼ੁਰੂ ਹੋ ਗਏ ਨੇ ਜੀ। ਕੁਝ ਦਿਨ ਪਹਿਲਾਂ ਉਹਨਾਂ ਦਾ ਜਿਹੜਾ ਨਵਾਂ ਇੱਕ ਸਲਾਹਕਾਰ ਜਿਹਾ ਆਇਆ ਨਾ, ਜਿਹੜਾ ਮਤਲਬ ਪੀਕੇ ਦੀ ਟੀਮ 'ਚ ਹੁੰਦਾ ਸੀ, ਉਹ ਇਹਨਾਂ ਨੇ ਵੀ ਲਿਆ ਹੈਗਾ ਜੀ। ਕੁਝ ਗੱਲਾਂ ਸ਼ਾਇਦ ਸੁਖਵੀਰ ਸਿੰਘ ਹੋਰੀ ਉਹਨਾਂ ਦੀਆਂ ਮੰਨ ਕੇ ਕਰ ਰਹੇ ਨੇ ਜੀ। ਅੱਜ ਉਹ ਮਲੋਟ ਦੇ ਵਿੱਚ ਗਏ, ਜਿੱਥੇ ਉਹਨਾਂ ਨੇ ਹਰਪ੍ਰੀਤ ਸਿੰਘ ਕੋਟ ਭਾਈ ਨੂੰ ਉੱਥੋਂ ਉਮੀਦਵਾਰ ਐਲਾਨਤਾ ਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਪਿਛਲੇ ਕਈ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਅਸਤੀਫੇ ਦਵਾ ਕੇ ਅਕਾਲੀ ਦਲ 'ਚ ਜੁਆਇਨ ਕਰਾ ਰਿਹਾ ਹੈ ਜੀ। ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਬਹੁਤ ਸਾਰੀਆਂ ਆਗੂ, ਖਾਸ ਕਰ ਕਿਸਾਨ ਆਗੂ ਜੀ, ਜਿੱਦਣ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ ਉਦੋਂ ਤੋਂ ਹੀ ਕਹਿ ਰਹੇ ਸੀ ਕਿ ਇਹ ਸਿਰਫ ਡਰਾਮੇਬਾਜ਼ੀ ਹੈ, ਅੰਦਰ ਖਾਤੇ ਇਹ ਇਕੱਠੇ ਹੀ ਨੇ ਜੀ। ਇਹਨਾਂ ਦਾ ਜੀ ਨਹੀਂ ਕਰਦਾ। ਤੁਹਾਨੂੰ ਯਾਦ ਹੋਣਾ ਜਦੋਂ ਤੋਮਰ ਸਾਹਿਬ ਪਿਛਲੇ ਸੈਸ਼ਨ ਦੇ ਵਿੱਚ ਆਏ ਸੀ ਤਾਂ ਉਹ ਵਿਰੋਧ ਵਾਲੇ ਬਿੱਲ ਸੁਖਵੀਰ ਸਿੰਘ ਨੇ ਪਿੱਛੇ ਨੂੰ ਲੁਕੋਲੇ ਸੀਗੇ ਜੀ। ਇਹ ਕਿਹਾ ਜਾ ਰਿਹਾ ਹੈ ਕਿ ਇਹ ਸਟ੍ਰੈਟਜੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਗਈ ਹੈ ਕਿ ਜਿਨ੍ਹਾਂ 22-23 ਬੰਦਿਆਂ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਚੋਣ ਲੜਾਉਣੀ ਹੈ ਜੀ, ਉਹਨਾਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਾ ਕੇ ਲੜਾ ਲਓ ਜੀ। ਜਿਵੇਂ ਦਿੱਲੀ ਦੇ ਵਿੱਚ ਆ ਸਰਸੇ ਹੋਰੀ ਬੰਦੇ ਅਕਾਲੀ ਦਲ ਦੇ ਤੇ ਟਿਕਟ ਭਾਰਤੀ ਜਨਤਾ ਪਾਰਟੀ ਤੋਂ ਲੜੇ ਸੀਗੇ ਜੀ।
ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਕਿਸਾਨਾਂ ਕੋਲੇ ਵੀ ਇਹ ਗੱਲ ਪਹੁੰਚਣੀ ਸ਼ੁਰੂ ਹੋ ਗਈ ਹੈ ਕਿ ਸੁਖਬੀਰ ਸਿੰਘ ਨੇ ਜਿਹੜੀ ਨਵੀਂ ਚਾਲ ਚੱਲੀ ਹੈ ਜੀ, ਲੋਕਾਂ ਦਾ ਬੇਵਕੂਫ ਬਣਾਉਣ ਦਾ ਯਤਨ ਕੀਤਾ ਹੈ ਜੀ, ਉਹ ਸਟ੍ਰੈਟਜੀ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਇੱਧਰ ਲਿਆ ਕੇ ਸ਼ੈਲਟਰ ਦਿੱਤਾ ਜਾ ਰਿਹਾ, ਜਿਸ ਕਰਕੇ ਕਿਸਾਨਾਂ ਨੇ ਇਹਨਾਂ ਦਾ ਵੀ ਵਿਰੋਧ ਕਰਨਾ ਸ਼ੁਰੂ ਕਰਤਾ। ਵੈਸੇ ਤਾਂ ਉਹ ਸਾਰੀਆਂ ਹੀ ਰਾਜਸੀ ਧਿਰਾਂ ਦਾ, ਭਾਵੇਂ ਕਾਂਗਰਸੀ ਹੋਣ, ਜੀ, ਕੋਈ ਹੋਰ ਹੋਵੇ, ਅਕਾਲੀ ਦਲ ਹੋਵੇ, ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਹੀ ਹੋ ਰਿਹਾ ਸੀ। ਸੋ ਅੱਜ ਮਰੋਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿੱਦਣ ਕਿਸਾਨਾਂ ਨੇ ਦੇ ਕੋਲੇ ਗਿਆ, ਉਹਨਾਂ ਨੇ ਸਵਾਲ ਜਵਾਬ ਕੀਤੇ ਹੈ, ਇੱਕ ਵੀ ਸਵਾਲ ਦਾ ਜਵਾਬ ਸੁਖਬੀਰ ਸਿੰਘ ਨੇ ਕਿਸੇ ਅੰਕੜਾ ਆਧਾਰਿਤ ਨਹੀਂ ਦਿੱਤਾ, ਕਿਸੇ ਆਧਾਰ ਦੇ ਉੱਤੇ ਨਹੀਂ ਦਿੱਤਾ। ਹਵਾ 'ਚ ਤਲਵਾਰਾਂ ਮਾਰੀਆਂ ਨੇ ਜੀ। ਉਹਨਾਂ ਨੂੰ ਕਹਿੰਦਾ, ਦੇਖੋ ਜੀ, ਕਹਿੰਦਾ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਕਿ ਅਸੀਂ ਨਾ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਜੀ। ਤੇ ਜਦੋਂ ਇਹ ਬਿੱਲ ਆ ਗਏ ਪਾਰਲੀਮੈਂਟ ਦੇ ਵਿੱਚ ਪਾਸ ਹੋਏ, ਫਿਰ ਅਸੀਂ ਵਿਰੋਧ ਕੀਤਾ ਜੀ। ਮੈਂ ਤੇ ਹਰਸਿਮਰਤ ਨੇ ਕੀਤਾ, ਕਹਿੰਦਾ ਹੋਰ ਤਾਂ ਕਿਸੇ ਨੇ ਕੀਤਾ ਹੀ ਨਹੀਂ ਜੀ। ਹੁਣ ਜਦੋਂ ਇਹ ਬਿੱਲ ਆਏ ਸੀ, ਆਰਡੀਨੈਂਸ ਬਣੇ ਸੀ ਜੀ 5 ਜੂਨ ਪਿਛਲੇ ਸਾਲ ਜੀ, ਤਾਂ ਉਦੋਂ ਤਾਂ ਤੁਸੀਂ ਅੱਡੀਆਂ ਚੱਕ ਕੇ ਕਿਹਾ ਸੀ ਕਿ ਕਿਸਾਨਾਂ ਨੂੰ ਪਤਾ ਹੀ ਨਹੀਂ। ਦੋਨੇ ਮੀਆਂ ਬੀਬੀ ਨੇ ਜਿੰਦੀਆਂ ਅੱਡੀਆਂ ਚੱਕ ਕੇ ਇਹਨਾਂ ਦੀ ਹਮਾਇਤ ਕੀਤੀ ਸੀ, ਇਹਨਾਂ ਤਿੰਨਾਂ ਬਿੱਲਾਂ ਦੀ, ਜੀ, ਉਨੀ ਤਾਂ ਕਿਸੇ ਹੋਰ ਨੇ ਕੀਤੀ ਹੋ ਨਹੀਂ ਜੀ। ਇਹ ਤਾਂ ਜੀ ਹੁਣ ਕਿਸਾਨਾਂ ਦੀ ਮੋਦੀ ਸਾਹਿਬ ਨੇ ਕਾਇਆ ਕਲਪ ਕਰ ਦੇਣੀ ਹੈ। ਜੀ। ਜਦੋਂ ਕਿਸਾਨਾਂ ਦਾ ਵਿਰੋਧ ਲੋੜ ਤੋਂ ਵੱਧ ਹੋ ਗਿਆ, ਜਿਵੇਂ ਹੁਣ ਦੁਬਾਰਾ ਸ਼ੁਰੂ ਹੋ ਗਿਆ, ਜਦੋਂ ਇਹ ਲੋੜ ਤੋਂ ਵੱਧ ਵਿਰੋਧ ਹੋ ਗਿਆ ਤੇ ਫਿਰ ਸੁਖਬੀਰ ਸਿੰਘ ਹੋਰਾਂ ਨੇ ਮਤਲਬ ਦਿੱਲੀ ਵਾਲੀ ਕੁਰਸੀ ਛੱਡੀ ਜੀ ਅਤੇ ਵਿਰੋਧ ਵਾਲੇ ਪਾਸੇ ਨੂੰ ਤੁਰੇ। ਉਦੋਂ ਤੋਂ ਹੀ ਲੋਕ, ਖਾਸ ਕਰ ਬਹੁਤ ਸਾਰੇ ਸਿਆਸੀ ਮਾਹਰ, ਇਹ ਗੱਲ ਕਹਿੰਦੇ ਸੀ ਕਿ ਇਹਨਾਂ ਨੇ ਪਾਸੇ ਨਹੀਂ ਹੋਣਾ, ਕਿਉਂਕਿ ਦਿੱਲੀ ਦੀ ਕੁਰਸੀ ਪਿੱਛੇ ਇਹ ਕਿਸੇ ਹੱਦ ਤੱਕ ਜਾ ਸਕਦੇ ਨੇ ਜੀ। ਜਦੋਂ ਤੱਕ ਅਕਾਲੀ ਦਲ ਆਪਣੀ ਸਥਿਤੀ ਸਪਸ਼ਟ ਨਹੀਂ ਕਰਦਾ। ਅਕਾਲੀ ਦਲ ਜਿੱਥੋਂ ਚੱਲਿਆ ਸੀ, ਅਕਾਲੀ ਦਲ ਦਾ ਆਧਾਰ ਕੀ ਸੀ? ਇਹ ਬਹੁਤ ਕੁਰਬਾਨੀਆਂ ਦੇ ਕੇ ਪਾਰਟੀ ਬਣੀ ਸੀ। ਜਦੋਂ ਇਹਨਾਂ ਨੇ ਆਪਣੇ ਆਪ ਨੂੰ 1996 ਦੇ ਵਿੱਚ ਕਹਿਤਾ ਕਿ ਅਸੀਂ ਤਾਂ ਪੰਜਾਬੀ ਪਾਰਟੀਆਂ, ਜੇ ਸੰਵਿਧਾਨ ਦੋ ਬਣਾਈ ਬੈਠੇ ਆ, ਇੱਕ ਜੇ ਗੁਰਦੁਆਰਾ ਚੋਣਾਂ ਲੜਦੇ ਆ ਤਾਂ ਹਮ ਧਾਰਮਿਕ ਹੈ, ਜਦੋਂ ਸਿਆਸੀ ਚੋਣਾਂ ਲੜਦੇ ਆ ਤਾਂ ਅਸੀਂ ਤਾਂ ਜੀ ਧਾਰਮਿਕ ਤਾਂ ਨਹੀਂ ਹੈਗੇ, ਅਸੀਂ ਤਾਂ ਸਿਆਸੀ ਹਾਂ। ਉਹਦੇ ਵਿੱਚ ਵੀ ਇਹਨਾਂ ਨੂੰ ਫਸਾਇਆ ਹੋਇਆ। ਬਲਦੇਵ ਸਿੰਘ ਖੇੜਾ ਨੇ ਹੁਸ਼ਿਆਰਪੁਰ ਦੀ ਅਦਾਲਤ 'ਚ ਇਹਨਾਂ ਤੇ ਕੇਸ ਕੀਤਾ ਹੋਇਆ ਹੈ। ਸੋ ਜਦੋਂ ਹੁਣ ਕਿਸਾਨਾਂ 'ਚ ਜਾਗਰੂਕਤਾ ਆ ਗਈ, ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਦੁਬਾਰਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਜਾਣਬੁੱਝ ਕੇ ਨਾਲ ਰਲਾ ਰਹੇ ਨੇ, ਇਹਨਾਂ ਦੀ ਅੰਦਰ ਖਾਦੇ ਖਿਚੜੀ ਕੋਈ ਹੋਰ ਪੱਕ ਰਹੀ ਹੈ। ਉਸ ਦਿਨ ਤੋਂ ਬਾਅਦ ਕਿਸਾਨਾਂ ਨੇ ਦੁਬਾਰਾ ਅਕਾਲੀ ਦਲ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈਗਾ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਕੱਲੇ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਵਿਰੋਧ ਕਰਾਂਗੇ। ਹੁਣ ਉਹ ਅਕਾਲੀ ਹੋਣ, ਕਾਂਗਰਸੀ ਹੋਣ, ਆਮ ਵਾਲੇ ਹੋਣ ਤੇ ਭਾਰਤੀ ਜਨਤਾ ਪਾਰਟੀ ਤਾਂ ਹੈਗੀ ਹੈ, ਇਹਨਾਂ ਸਾਰਿਆਂ ਦਾ ਵਿਰੋਧ ਵੀ ਕਰ ਰਹੇ ਨੇ ਔਰ ਇਹਨਾਂ ਤੋਂ ਸਵਾਲ ਜਵਾਬੀ ਵੀ ਕੀਤੀ ਜਾ ਰਹੀ ਹੈ। ਜੀ, ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਤੋਂ ਜਿਹੜੀ ਉਹ ਸਵਾਲ ਜਵਾਬ ਕੀਤੇ ਗਏ ਨੇ। ਕਿਹਾ ਗਿਆ ਕਿ 2006 ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਕਰਜ਼ਾ ਮਾਫ ਦੀ ਗੱਲ ਕੀਤੀ ਸੀ ਤੇ ਉਹ ਤੋਂ ਬਾਅਦ ਇੱਕ ਸੁਖਬੀਰ ਬਾਦਲ ਨੇ ਮੰਗਿਆ ਸੀ ਕਿ ਤੁਹਾਡੇ ਕੋਲ ਪ੍ਰੂਫ ਕੀ ਹੈ। ਉਹਨਾਂ ਨੇ ਇੱਕ ਕਟਿੰਗ ਦਿੱਤੀ ਹੈ ਉਹਨਾਂ ਨੂੰ, ਤੇ ਸੁਖਬੀਰ ਸਿੰਘ ਬਾਦਲ ਨੇ ਉਹ ਬੰਦੇ ਦੀ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਇਹ ਕਹਿੰਦੇ ਕਾਂਗਰਸੀ ਏਜੰਟ ਆ, ਕਿਸਾਨ ਨਹੀਂ ਹੈਗਾ ਜੀ। ਦੇਖੋ, ਇਹ ਤਾਂ ਬਹੁਤ ਪੁਰਾਣਾ ਸਮਾਂ ਹੈਗਾ ਅਕਾਲੀ ਦਲ ਦਾ। ਜਦੋਂ ਵੀ ਕੋਈ ਵਿਰੋਧ ਕਰਦਾ ਹੈਗਾ ਤਾਂ ਉਹਦੇ ਨਾਲ ਦੀ ਨਾਲ ਆ ਜਾਂਦਾ ਕਿ ਇਹ ਕਾਂਗਰਸ ਦੀ ਬੀ ਟੀਮ ਹੈ ਜੀ। ਠੀਕ ਹੈ ਜੀ। ਜੇ ਕੋਈ ਹੋਰ ਆ ਜੇ, ਆਮ ਵਾਲੇ ਆਏ ਵੀ ਹੈ, ਇਹਨੂੰ ਵੀ ਕਹਿੰਦੇ ਆ ਕਾਂਗਰਸ ਦੀ ਬੀ ਟੀਮ ਹੈ ਜੀ। ਤੇ ਤੁਸੀਂ ਹੁਣ ਭਾਰਤੀ ਜਨਤਾ ਪਾਰਟੀ ਦੀ ਕਿਹੜੀ ਟੀਮ ਹੋ ਜਿਹੜੇ ਉਹਨਾਂ ਦੇ ਬੰਦਿਆਂ ਨੂੰ ਲਿਆ ਕੇ ਇੱਥੇ? ਇਹ ਅੱਜ ਦੀ ਨਹੀਂ, ਇੱਕ ਬੰਦੇ ਤੇ ਜਬਰ ਜਨਾਹ ਵਰਗਾ ਕੇਸ ਦਰਜ ਸੀ ਆਪਣੇ ਨੇੜੇਲੇ ਹਲਕੇ ਦਾ ਜੀ। ਉਹ ਪਹਿਲਾਂ ਗੈਰ ਪੰਥਕ ਬੰਦਾ ਸੀ ਜੀ। ਜਿੱਦਣ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਿਆ, ਅਜੇ ਤੱਕ ਉਹਦਾ ਕੇਸ ਚੱਲੀ ਜਾਂਦਾ ਹੈ ਜੀ। ਉਦੋਂ ਬਾਅਦ ਉਹ ਪੰਥਕ ਬਣ ਗਿਆ ਜੀ। ਉਹਦੇ ਤੇ ਉਹ ਜਿਹੜਾ ਜਬਰ ਜਨਾਹ ਦਾ ਦੋਸ਼ ਅਦਾਲਤਾਂ ਤਾਂ ਪਤਾ ਨਹੀਂ ਕਦੋਂ ਖਤਮ ਕਰਨਗੀਆਂ, ਇਹਨਾਂ ਨੇ ਉਹਨੂੰ ਦੁੱਧ ਧੋਤਾ ਬਣਾਤਾ, ਨਾਲ ਲੈ ਆ। ਸੋ ਇਹਨਾਂ ਰਾਜਸੀ ਆਗੂਆਂ ਦਾ ਕੋਈ ਦੀਨਮਾਨ ਨਹੀਂ ਹੈਗਾ। ਇਹਨਾਂ ਨੇ ਇੱਕੋ ਹੀ ਨਿਸ਼ਾਨਾ ਕਿ ਸਾਨੂੰ ਕੁਰਸੀ ਕਿਵੇਂ ਮਿਲੇ, ਉਦੋਂ ਕੋਈ ਅਸੂਲ ਨਹੀਂ। ਹੁਣ ਜਿਵੇਂ ਅਕਾਲੀ ਦਲ ਦੇ ਸਿਧਾਂਤ ਤਾਂ ਬਹੁਤ ਕੁਰਬਾਨੀਆਂ ਵਾਲੇ ਨੇ ਜੀ। ਬਾਬਾ ਖੜਕ ਸਿੰਘ ਵਰਗੇ, ਮਾਸਟਰ ਤਾਰਾ ਸਿੰਘ ਵਰਗੇ, ਕਿੰਨਾ ਬੰਦਿਆਂ ਦੀ ਗੱਲ ਕਰੀਏ ਜਿਨ੍ਹਾਂ ਨੇ ਇਸ ਪਾਰਟੀ ਵਾਸਤੇ ਬਹੁਤ ਵੱਡੀਆਂ ਘਾਲਣਾ ਕੀਤੀ ਹੈ। ਉਹਨਾਂ ਦੇ
ਤਾਂ ਇਹ ਨੇੜੇ ਤੇੜੇ ਵੀ ਨਹੀਂ ਚੱਲਦੇ। ਉਹ ਸਿਧਾਂਤ ਤਾਂ ਅੱਜ ਤਲਾਂਜਲੀ ਦੇਤੀ, ਉਹ ਤਾਂ ਹੈ ਹੀ ਨਹੀਂ ਜੀ। ਸਿਰਫ ਤੇ ਸਿਰਫ ਇਹਨਾਂ ਦਾ ਕੁਰਸੀ ਜਾਂ ਗੁਰੂ ਦੀ ਗੋਲਕ ਜੀ ਉਹਦੇ ਵਾਲੇ ਪਾਸੇ ਮੂੰਹ ਕੀਤੇ ਪਏ ਨੇ ਤੇ ਗੁਰੂ ਦੇ ਆਦੇਸ਼ਾਂ ਵੱਲ, ਗੁਰੂ ਦੇ ਉਹਨਾਂ ਦੇ ਵੱਲ ਇਹਨਾਂ ਦੀ ਪਿੱਠ ਕੀਤੀ ਹੈ। ਇਹ ਜਿਹੜਾ ਤੁਸੀਂ ਕਿਹਾ ਕਿ ਮਤਲਬ ਕਾਂਗਰਸ ਦਾ ਇਲਜ਼ਾਮ ਲਾ ਦੇਣਾ, ਇਹ ਪੁਰਾਣਾ ਨਿਕਲ ਕੇ ਆਇਆ ਹੋਇਆ, ਨਾਲ ਦੀ ਨਾਲ ਕਹਿ ਦੇਣਾ ਇਹ ਕਾਂਗਰਸ ਦੀ ਬੀ ਟੀਮ ਹੈ। ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਦੀ ਬੀ ਟੀਮ ਦੱਸੀ ਜਾਂਦੇ ਨੇ ਜੀ, ਤੇ ਜੇ ਇਹਨਾਂ ਨੂੰ ਕਹਦੇ ਕੋਈ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਨੇ ਜੀ ਤੇ 2022 ਤੋਂ ਪਹਿਲਾਂ ਫੇਰ ਇਕੱਠੇ ਚੱਲਣਗੇ। ਜੀ ਇਹ ਲੋਕ ਕਹਿੰਦੇ, ਆਪਾਂ ਨਹੀਂ ਕਹਿੰਦੇ ਜੀ ਕਿ ਇਹਨਾਂ ਨੇ, ਇਹ ਤਾਂ ਸਿਰਫ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਹੈਗਾ। ਜੀ 2022 ਤੱਕ ਫੇਰ ਇਹਨਾਂ ਨੇ ਉਸੇ ਕੁੱਛੜ 'ਚ ਬਹਿ ਜਾਣਾ ਹੈਗਾ ਜਿਹੜੀ ਕੁੱਛੜ 'ਚ ਪਹਿਲਾਂ। ਜਿਵੇਂ ਮੈਨੂੰ ਹੈਰਾਨੀ ਆਉਂਦੀ ਆ ਜਿਹੜੇ ਬੀਐਸਪੀ ਵਾਲੇ ਤੁਰੇ ਫਿਰਦੇ ਨੇ ਜੀ 1996 ਦੇ ਵਿੱਚ ਇਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਜੀ, ਤਾਂ ਬੀਐਸਪੀ ਦੇ ਨਾਲ ਲੜ ਕੇ ਲੜੀ। ਉਦੋਂ 13 ਚੋਂ 11 ਸੀਟਾਂ ਜਿੱਤ ਗਏ। ਜੀ ਕਾਂਗਰਸ ਨੂੰ ਸਿਰਫ 2 ਮਿਲੀਆਂ ਸੀ, ਬੀਐਸਪੀ 3 ਸੀਟਾਂ ਤੇ ਖੜੀ ਸੀ, 3 ਹੀ ਜਿੱਤ ਗਈ ਸੀ। ਜੀ ਸੋ 1997 ਦੇ ਵਿੱਚ ਉਹਨਾਂ ਨੂੰ ਅੱਖਾਂ ਦਿਖਾ ਕੇ ਤੇ ਭਾਰਤੀ ਜਨਤਾ ਪਾਰਟੀ ਦੀ ਕੁੱਛੜ 'ਚ ਬਹਿ ਗਏ। ਜੀ ਤੇ ਬੀਐਸਪੀ ਵਾਲੇ ਨੇ ਕਦੇ ਸਮਝਿਆ ਕਿ ਉਦੋਂ ਬੀਐਸਪੀ ਤਾਂ ਨਹੀਂ ਛੱਡ ਕੇ ਗਈ ਸੀ, ਜੀ ਇਹ ਛੱਡ ਕੇ ਗਏ ਸੀ। ਜੀ ਅੱਜ ਫੇਰ ਬੀਐਸਪੀ ਨਾਲ ਪਿਆਰ ਪਾ ਲਿਆ। ਇਹ ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ, ਕੋਈ ਕਿਸੇ ਦਾ ਵਿਰੋਧ ਨਹੀਂ। ਜੀ ਜਿਵੇਂ ਉੱਲੂ ਸਿੱਧਾ ਹੁੰਦਾ ਹੈ, ਜਿਵੇਂ ਕੁਰਸੀ ਦੀ ਪ੍ਰਾਪਤੀ ਹੁੰਦੀ ਹੈ, ਜੀ ਉਵੇਂ ਕਰਨਾ ਹੈ। ਇਹ ਅਸੂਲ ਨਾਂ ਦੀ ਕੋਈ ਚੀਜ਼ ਇਹਨਾਂ ਦੇ ਕੋਲ ਦੀ ਲੰਘਦੀ ਨਹੀਂ। ਉਹ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਅਸੂਲਾਂ ਦੇ ਉੱਤੇ ਖੜੇ ਸੀ। ਅਕਾਲੀ ਤਾਂ ਨਾ ਹੀ ਬਹੁਤ ਵੱਡਾ ਸੀ। ਜੀ ਉਹਨਾਂ ਦਾ ਜਿਹੜਾ ਕਰੈਕਟਰ, ਜੀ ਉਹਨਾਂ ਦੀ ਕੁਰਬਾਨੀ, ਜੀ ਸੋਚ ਪੰਥਕ ਸੀ। ਜੀ ਮੈਨੂੰ ਯਾਦ ਹੈ ਕਿ ਜਦੋਂ ਗਿਆਨੀ ਕਰਤਾਰ ਸਿੰਘ ਮੰਤਰੀ ਹੁੰਦੇ ਸੀ, ਸਰਕਾਰ ਗਈ ਟੁੱਟ। ਜੀ ਉਹਨਾਂ ਨੂੰ ਕਿਹਾ ਗਿਆ ਕਿ ਗਿਆਨੀ ਜੀ ਸਰਕਾਰ ਟੁੱਟ ਗਈ, ਕੋਠੀ ਖਾਲੀ ਕਰ ਦਿਓ। ਜੀ ਉਹਨਾਂ ਨੇ ਬਾਹਰਲੇ ਪਾਸੇ 2 ਕਸ਼ਹਿਰੇ ਲਾਏ, 2 ਚੋਲੇ ਲਾਏ, ਪਰਨਾ ਚੱਕ ਕੇ ਬੈਗ 'ਚ ਪਾ ਕੇ ਸਭ ਉਹ ਕਹਿੰਦੇ ਭਾਈ ਆਪਦੀ ਕੋਠੀ, ਆਪਣਾ ਤਾਂ ਇੰਨਾ ਕੀ ਕੰਮ ਸੀਗਾ। ਜੀ ਹੈਗੇ ਅੱਜ ਇੱਕ ਬੰਦਾ ਵੀ ਦੱਸ ਦਿਓ ਜਿਹੜਾ ਉਸ ਕੁਰਬਾਨੀ ਵਾਲੇ ਬੰਦਿਆਂ ਦੇ ਬਰਾਬਰ ਚੱਲਦਾ ਹੋਵੇ। ਅੱਜ ਪਦਾਰਥਵਾਦੀ ਯੁੱਗ ਹੈ। ਪੰਜਾਬ ਦਾ ਬੇੜਾ ਗਰਕ ਕਰਤਾ ਕਾਂਗਰਸੀਆਂ ਨੇ, ਅਕਾਲੀਆਂ ਨੇ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ। ਜੀ ਇਹਨਾਂ ਦਾ ਜਿਹੜਾ ਹੈਗਾ ਤਜੌਰੀਆਂ ਭਰ ਭਰ ਕੇ ਲੋਕਾਂ ਦੇ ਪੈਸੇ ਥੱਲੇ ਦੀ ਡਿੱਗਦੇ, ਇਹਨਾਂ ਦੇ ਤਾਹਾਂ ਦੀ ਡਿੱਗੀ ਜਾਂਦੇ ਨੇ। ਤੇ ਪੰਜਾਬ ਦਾ ਬੇੜਾ ਗਰਕ ਹੋ ਗਿਆ। ਪੰਜਾਬ 14ਵੇਂ ਸਥਾਨ ਤੇ ਜਾ ਪਹੁੰਚਿਆ, ਜਿਹਦੇ ਬਾਰੇ ਕੁਝ ਸਾਨੂੰ ਹੁਣ ਜਦੋਂ ਪਿੰਡਾਂ 'ਚ ਆਉਂਦੇ ਨੇ ਇਹਨਾਂ ਤੋਂ ਸਵਾਲ ਪੁੱਛੋ। ਜਿਵੇਂ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਪੁੱਛੇ ਗਏ ਸੀ, ਐਵੇਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਓ ਵੀ ਤੈਂ ਵੀ ਆਹ ਵਾਅਦੇ ਕੀਤੇ ਸੀਗੇ, ਐਵੇਂ ਜਿਵੇਂ ਬਾਕੀ ਮੰਤਰੀਆਂ ਤੋਂ ਪੁੱਛਿਓ। ਜਿਹੜੇ ਵੀ ਤੁਹਾਡੇ ਵਿਹੜੇ 'ਚ ਆਉਣ ਉਹਨਾਂ ਤੋਂ ਪੁੱਛਿਓ ਵੀ ਆਹ ਤੁਹਾਡੇ ਚੋਣ ਮਨੋਰਥ ਪੱਤਰ ਸੀ, ਇਹਨਾਂ ਦੇ ਉੱਤੇ ਤੁਸੀਂ ਕੀਤਾ ਕੀ ਹੈ। ਅਗਲਾ ਕਹਿੰਦੇ ਆ 400 ਯੂਨਿਟ ਫ੍ਰੀ ਕਰ ਦਿਆਂਗੇ, 6700 ਕਰੋੜ ਦੀ ਸਬਸਿਡੀ ਹੈ ਆ ਦਲਿਤ ਵਰਗਾਂ ਦੀ ਤੇ ਕਿਸਾਨਾਂ ਦੀ, ਜਿਹੜੀ ਕਦੇ ਸਮੇਂ ਸਿਰ ਇਹਨਾਂ ਨੇ ਬਿਜਲੀ ਬੋਰਡ ਨੂੰ ਨਹੀਂ ਮੋੜੀ। ਜੇ 400 ਯੂਨਿਟ ਦੀ ਆਪਾਂ ਗੱਲ ਕਰ ਦਈਏ ਤਾਂ ਕਿੰਨੇ ਪੈਸੇ ਬਿਜਲੀ ਬੋਰਡ ਤੇ ਬੋਝ ਪੈ ਜਾਣਗੇ। 30,000 ਕਰੋੜ ਦਾ ਕਰਜ਼ਈਆ ਬਿਜਲੀ ਬੋਰਡ ਜਿਹੜਾ ਇਹਨਾਂ ਦੀਆਂ ਨੀਤੀਆਂ ਕਰਕੇ। 2006 ਦੇ ਵਿੱਚ ਇਹੀ ਬਿਜਲੀ ਬੋਰਡ ਮੁਨਾਫੇ 'ਚ ਸੀ। 10 ਸਾਲ ਇਹਨਾਂ ਦੇ, 4.5 ਸਾਲ ਇਹਨਾਂ ਦੇ, 14.5 ਸਾਲਾਂ 'ਚ ਉਹਦੇ ਤੇ 30,000 ਕਰੋੜ ਦਾ ਕਰਜ਼ਾ ਚੜ ਗਿਆ ਇਹਨਾਂ ਦੀਆਂ ਨੀਤੀਆਂ ਕਰਕੇ। ਕੋਈ ਤੁਸੀਂ ਲੋਕਾਂ ਨੂੰ ਭਖਿਆਰੇ ਬਣਾਤਾ, ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿਓ। ਲੋਕ ਤਾਂ ਕਹਿੰਦੇ ਨੇ ਕਿ ਸਾਨੂੰ ਜਿਹੜੀ ਸਸਤੀ ਬਿਜਲੀ ਦਿੱਤੀ ਜਾਵੇ, ਸਸਤੀ ਬਿਜਲੀ ਦਿਓ। ਹੁਣ ਜਿਵੇਂ ਤੁਸੀਂ ਦੇਖੋ ਵੀ ਛੋਟੇ ਤੋਂ ਛੋਟੇ ਘਰ ਦਾ ਬਿੱਲ ਵੀ 2 ਮਹੀਨਿਆਂ ਦਾ 1000 ਯੂਨਿਟ ਦਾ ਆ ਰਿਹਾ ਹੈ। 20% 1000 ਯੂਨਿਟ ਦੇ ਉੱਤੇ ਹੈਗੀ ਹੈ ਡਿਊਟੀ। ਜੇ 1000 ਯੂਨਿਟ, ਜੇ 500 ਯੂਨਿਟ ਦੀ ਵੀ ਆਪਾਂ ਗੱਲ ਕਰ ਲਈਏ 10 ਦੇ ਹਿਸਾਬ ਨਾਲ ਤਾਂ 5000 ਰੁਪਇਆ ਬਿੱਲ ਘੱਟੋ ਘੱਟ ਹੋ ਗਿਆ। ਉਹ ਤੇ 1000 ਰੁਪਇਆ ਇਲੈਕਟ੍ਰੀਸਿਟੀ ਡਿਊਟੀ ਹੈ ਸਰਕਾਰ ਦੀ, ਤੇ 1000 ਰੁਪਇਆ ਤਾਂ ਮੋਟਰ ਦਾ ਦੇਣਾ ਨਹੀਂ ਸੀ ਅਸੀਂ। ਜੇ 10 ਦੀ ਮੋਟਰ ਹੁੰਦੀ 57 ਰੁਪਈਆਂ ਦੇ ਹਿਸਾਬ ਨਾਲ 570, ਚਲੋ ਮੋਟਰ 20 ਦੀ ਮੰਨ ਲਓ, 1040 ਹੋ ਗਿਆ। ਉਹ ਤੁਹਾਡੇ ਕੋਲ ਹੀ ਕੱਢ ਲਿਆ ਤੇ ਮੁਕਤ ਕੀ ਦਿੱਤਾ ਤੁਹਾਨੂੰ। ਸਾਨੂੰ ਇਹ ਚੀਜ਼ਾਂ ਦੀ ਨਹੀਂ ਜ਼ਰੂਰਤ। ਗੁਰੂ ਨੇ ਕਿਹਾ ਸੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਇਹਨਾਂ ਨੇ ਸਾਨੂੰ ਕਿਰਤ ਕਰਨ ਤੋਂ ਹਟਾਤਾ। ਆ ਦੇ ਦਿਓ ਜੀ ਆਟਾ ਦਾਲ, ਰੁਜ਼ਗਾਰ ਨਾ ਦਿਓ ਵੀ ਉਹ ਆਪਣੇ ਆਪ ਜੇ ਕੋਈ ਚੀਜ਼ ਕਮਾਊਗਾ ਤਾਂ 2 ਰੁਪਏ ਸਰਕਾਰ ਦੇ ਖਜ਼ਾਨੇ 'ਚ ਵੀ ਦੇਊਗਾ। ਅਸਲ ਦੇ ਵਿੱਚ ਇਹਨਾਂ ਦੀ ਨੀਅਤ ਨਹੀਂ ਹੈਗੀ। ਜਦੋਂ ਤੱਕ ਨੀਅਤ ਨਹੀਂ ਹੋਵੇਗੀ ਪੰਜਾਬ ਨੇ ਇਸੇ ਤਰ੍ਹਾਂ ਡੁੱਬੀ ਜਾਣਾ। ਸਾਨੂੰ ਇਸ ਤੋਂ ਬਚਣ ਦੀ ਜ਼ਰੂਰਤ ਹੈ। 22 ਦੀਆਂ ਚੋਣਾਂ ਆ ਰਹੀਆਂ ਨੇ,
ਘੱਟੋ ਘੱਟ ਜਿਵੇਂ ਕਿਸਾਨਾਂ ਨੇ ਜਾਗਰੂਕਤਾ ਲਿਆ ਦਿੱਤੀ ਹੈ, ਉਸ ਤਰ੍ਹਾਂ ਮੈਂ ਸੰਯੁਕਤ ਕਿਸਾਨ ਮੋਰਚੇ ਨੂੰ ਕਹਾਂਗਾ, ਤੁਸੀਂ ਨਹੀਂ ਚੋਣਾਂ ਲੜਨੀਆਂ, ਨਾ ਲੜੋ ਜੀ। ਆਪਦੇ ਪੂਰੇ ਹਲਕੇ ਦੇ ਵਿੱਚੋਂ ਇੱਕ ਬੰਦਾ ਚੁਣ ਦਿਓ ਜੀ ਕਿ ਇਹਨੂੰ ਖੜਾ ਕਰੋ ਜੀ ਉਹ ਕਿਸੇ ਪਾਰਟੀ ਦਾ ਹੋਵੇ ਜੀ ਵੀ ਆਹ ਬੰਦਾ ਜੀ ਇਹਨੂੰ ਦਿਓ, ਪਾਓ ਵੋਟ। ਜੀ ਜੇ ਉਹ ਬੰਦਾ ਆਪਦੇ ਟੀਚੇ ਤੋਂ ਥਿੜਕੇਗਾ ਜੀ ਫਿਰ ਉਹਦਾ ਲੈ ਲਓ ਪੁਲਿਸ ਵਾਲਿਆਂ ਵਾਂਗੂ ਰਿਮਾਂਡ ਵੀ ਤੂੰ ਕਿੱਧਰ ਨੂੰ ਚੱਲਿਆ। ਜੀ ਸੋ ਜੇ ਨੀਅਤ ਵਾਲੇ ਪਾਸੇ ਸਾਡੇ ਬੰਦੇ ਤੁਰ ਪੈਣ ਜੀ ਤਾਂ ਮੈਂ ਸਮਝਦਾ ਕਿ ਕਿਸੇ ਮੁਕਤਖੋਰੀ ਦੀ ਜ਼ਰੂਰਤ ਨਹੀਂ। ਕਿਸਾਨਾਂ ਨੂੰ ਭਾਅ ਦੇ ਦਿਓ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ। ਜੀ ਕੋਈ ਕਿਸਾਨ ਤੋਂ ਮੁਕਤ ਬਿਜਲੀ ਨਹੀਂ ਮੰਗਦਾ। ਜੀ ਕਿਸਾਨ ਕਹਿੰਦਾ ਵੀ ਸਾਨੂੰ ਬਿਜਲੀ ਦਿਓ, ਜੀ ਸਸਤੀਆਂ ਦਰਾਂ ਤੇ ਦਿਓ। ਜੀ ਜਿਵੇਂ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਮੈਂ 3 ਰੁਪਏ ਤੇ ਬਿਜਲੀ ਦੇ ਦਿਆਂਗਾ। ਜੀ 4 ਰੁਪਏ 47 ਪੈਸੇ ਦਾ ਬਿਜਲੀ ਪੈਂਦੀ ਹੈ, 3 ਰੁਪਏ ਤੂੰ ਕਿੱਥੋਂ ਦੇ ਦੇਂਗਾ? ਜੀ ਸੋ ਪ੍ਰੈਕਟੀਕਲ ਗੱਲ ਕਰੋ। ਜੀ ਜੇ 3 ਰੁਪਏ 47 ਪੈਸੇ ਪੈਂਦੀ ਹੈ, ਤੁਸੀਂ 5 ਰੁਪਏ ਵੀ ਕਹਿ ਦਿਓ। ਜੀ ਇਸ ਵੇਲੇ ਐਵਰੇਜ ਬਿਜਲੀ ਜਿਹੜੀ ਹੈ 10 ਰੁਪਏ ਪੈ ਰਹੀ ਹੈ। ਜੀ ਜੇ 5 ਰੁਪਏ 'ਚ ਵੀ ਆਪਾਂ ਲੈ ਆਵਾਂਗੇ ਨਾ ਜੀ ਤਾਂ ਲੋਕ ਜਿਹਦਾ ਅੱਧਾ ਬਿੱਲ ਹੋ ਗਿਆ ਜੀ ਬੜੀ ਰਾਹਤ ਮਹਿਸੂਸ ਕਰੂਗਾ। ਉਹ ਗੱਲ ਕਰੋ ਜਿਹੜੀ ਤੁਸੀਂ ਪੂਰੀ ਕਰ ਸਕੋ। ਐਵੇਂ ਅੱਕਾਂ 'ਚ ਹਵਾ 'ਚ ਡਾਂਗਾ ਨਾ ਫੇਰੋ, ਉਹਦਾ ਕੋਈ ਫਾਇਦਾ ਨਹੀਂ। ਜੀ ਢਿੱਲੋਂ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤਾਂ ਸਿਆਸੀ ਲੀਡਰਾਂ ਦਾ ਵਿਰੋਧ ਆ ਜਿਹੜਾ ਲਗਾਤਾਰ ਜਾਰੀ ਆ, ਤਾਂ ਪਿੰਡਾਂ ਦੇ ਲੋਕਾਂ ਨੇ ਹੁਣ ਕਹਿਤਾ ਕਿ ਜਿਹੜੇ ਸਿਆਸੀ ਲੀਡਰ ਨੇ ਸੋਚ ਸਮਝ ਕੇ ਜਿਹੜਾ ਉਹ ਪਿੰਡਾਂ ਦੇ ਵਿੱਚ ਵੜਨ। ਉਹ ਅਸਲ ਗੱਲ ਨਹੀਂ ਤੁਸੀਂ ਕਹੀ ਜੀ ਨਾ। ਉਹ ਲੱਗੇ ਵੇ ਨੇ ਕਿ ਅਵਾਰਾ ਡੰਗਰ ਜੀ ਤੇ ਲੀਡਰਾਂ ਦਾ ਪਿੰਡ 'ਚ ਵੜਨਾ ਮਨਾ ਹੈ। ਜੀ ਮਤਲਬ ਇਹਨਾਂ ਨੂੰ ਕੰਪੈਰੀਜ਼ਨ ਦੇਖੋ ਕਿੱਥੇ ਕੀਤਾ। ਜੀ ਇੱਕ ਪਾਸੇ ਸਰਕਾਰ ਸਾਤੋਂ ਗਊ ਸੈਸ ਦੇ ਪੈਸੇ ਵਸੂਲ ਰਹੀ ਹੈ, ਜੀ ਬਿਜਲੀ ਦੇ ਬਿੱਲ ਭਰੀਏ ਉਹਦੇ ਤੇ ਵੀ ਹੈ, ਹੋਰਾਂ ਥਾਵਾਂ ਤੇ ਵੀ ਹੈ। ਜੀ ਜੇ ਸਾਤੋਂ ਤੁਸੀਂ ਗਊ ਸੈਸ ਲੈ ਰਹੇ ਹੋ ਤੇ ਫਿਰ ਇਹਨਾਂ ਮਾਤਾ ਜੀ ਨੂੰ ਕਿਤੇ ਟਿਕਾਣੇ ਵੀ ਲਾਓ। ਜੀ ਮੈਂ 20 ਸਾਲ ਤੋਂ ਇਹ ਗੱਲ ਕਹਿ ਰਿਹਾ, ਸਰਕਾਰਾਂ ਨੂੰ ਇੱਕ ਨੀਤੀ ਬਣਾ ਦਿਓ। ਜੀ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਗਊਸ਼ਾਲਾ ਹੋਵੇ। ਜੀ ਉਹਦੇ ਵਿੱਚ ਜਿਹੜੇ ਪਿਤਾ ਜੀ ਅੱਡ ਕਰ ਦਿਓ, ਜੀ ਮਾਤਾ ਜੀ ਨੂੰ ਇੱਕ ਪਾਸੇ ਰੱਖ ਲਓ। ਨਾਲ ਤਾਂ ਅਗਲੀ ਜਨਰੇਸ਼ਨ ਵੀ ਘਟ ਜਾਊਗੀ, ਜੀ ਨਾਲੇ ਇੱਕ ਸਮੇਂ ਤੋਂ ਬਾਅਦ ਇਹਨਾਂ ਦੀ ਗਿਣਤੀ ਘਟ ਜਾਊਗੀ। ਜੀ ਮੈਂ ਅੱਜ ਸਵੇਰੇ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਜੀ ਕਿ ਪਹਿਲਾਂ ਬਲਦਾਂ ਨਾਲ ਖੇਤੀ ਹੁੰਦੀ ਸੀ। ਜੀ ਜਦੋਂ ਬਲਦ ਬਿਰਧ ਹੋ ਜਾਂਦਾ ਸੀ ਉਹਨੂੰ ਮੌਲਾ ਕਹਿੰਦੇ ਸੀ। ਜੀ ਉਹ ਮੌਲਾ ਬਲਦ ਜਿਹੜਾ ਸੀ ਉਹਨੂੰ ਘਰੋਂ ਨਹੀਂ ਕੱਢਿਆ ਜਾਂਦਾ ਸੀ। ਜੀ 99% ਲੋਕ ਉਹਨੂੰ ਘਰੋਂ ਨਹੀਂ ਕੱਢਦੇ ਸੀ, ਮਾੜਾ ਸਮਝਦੇ ਸੀ। ਜੀ ਉਹਦੀ ਸੇਵਾ ਹੁੰਦੀ ਸੀ ਵੀ ਜਿਹੜੇ ਬਜ਼ੁਰਗ ਹੋ ਗਿਆ, ਜੀ ਲੇਕਿਨ ਇਹਨੇ 10 ਸਾਲ ਤੋਂ ਵੱਧ ਸਮਾਂ ਸਾਨੂੰ ਰੋਟੀ ਦਿੱਤੀ ਹੈ, ਜੀ ਸਾਡੇ ਖੇਤ ਦੀ ਖੇਤੀ ਕੀਤੀ ਹੈ। ਜੀ ਉਹਦਾ ਸਤਿਕਾਰ ਹੁੰਦਾ ਸੀ। ਜੀ ਉਹਨੂੰ ਜਦੋਂ ਬਕਾਇਦਾ ਉਹਦੀ ਦਿਨ ਪੂਰੇ ਹੋ ਜਾਂਦੇ ਸੀ, ਉਹਨੂੰ ਬਕਾਇਦਾ ਉਸੇ ਤਰੀਕੇ ਦੇ ਨਾਲ ਜੀ ਉਹਦਾ ਐਂਡ ਕੀਤਾ ਜਾਂਦਾ ਸੀ। ਪਰ ਹੁਣ ਤਾਂ ਉਹ ਗੱਲ ਹੀ ਨਹੀਂ ਹੈ। ਆ ਸ਼ਹਿਰਾਂ 'ਚ ਵੇਖ ਲਓ, ਪਿੰਡਾਂ 'ਚ ਦੇਖ ਲਓ, ਸਵੇਰੇ ਗਾਈਆਂ ਫੜ ਲੈਣਗੇ, ਚੋ ਲੈਣਗੇ, ਸ਼ਾਮ ਨੂੰ ਚੋ ਲੈਣਗੇ। ਜੀ ਦਿਨ ਦਿਹਾੜੇ ਉਹ ਬਾਜ਼ਾਰਾਂ ਦੇ ਵਿੱਚ ਫਿਰਦੀਆਂ ਨੇ, ਕੋਈ ਪਲਾਸਟਿਕ ਖਾ ਰਹੀ ਹੈ, ਕੋਈ ਕੂੜੇ ਕਬਾੜ ਦੇ ਵਿੱਚੋਂ ਕੁਝ ਖਾ ਰਹੀ ਹੈ, ਤੇ ਫਿਰ ਦੁੱਧ ਵੀ ਤਾਂ ਉਹੋ ਜਿਹਾ ਹੀ ਮਿਲਣਾ। ਜੀ ਇਸ ਕਰਕੇ ਇਹਦੇ 'ਚ ਤਬਦੀਲੀ ਦੀ ਜ਼ਰੂਰਤ ਹੈ। ਸਾਨੂੰ ਉਹ ਚੀਜ਼ਾਂ ਭਾਵੇਂ ਨਾ ਹੁਣ ਜਿਹੜੀ ਸਰਕਾਰ ਅਗਲੇ ਵਾਰੀ ਆਵੇ ਜੀ ਉਹ ਕੋਈ 2 ਵਾਅਦੇ ਕਰ ਲੇ। ਜੀ ਸਿੱਖਿਆ ਤੇ ਇਹਦੇ ਹੀ ਕਰ ਲੇ ਵੀ ਮੈਂ ਸਿੱਖਿਆ ਤੇ ਸਿਹਤ ਮੁਫਤ ਦੇਣੀ ਹੈ। ਜੀ ਮੇਰਾ ਖਿਆਲ ਹੈ ਵੀ ਲੋਕ ਇਸ ਗੱਲ ਨੂੰ ਮੰਨ ਲੈਣਗੇ। ਜੀ। ਜਿਹੜੀਆਂ ਬਾਕੀ ਮੁਕਤ ਖੋਰੀਆਂ ਨੇ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਹੋ ਜਾਣਗੇ। ਜੀ ਇਹ ਬਹੁਤ ਜ਼ਰੂਰੀ ਹੈ। ਮਿਆਰੀ ਸਿੱਖਿਆ ਜੀ ਤੇ ਰੁਜ਼ਗਾਰ ਦੇ ਸਾਧਨ। ਜੀ ਜੇ ਕੋਈ ਸਿਆਸੀ ਪਾਰਟੀ ਐਸ ਤੇ ਕੰਮ ਕਰ ਲਵੇ ਜੀ ਤਾਂ ਮੋਦੀ ਤਾਂ ਕਹਿੰਦਾ ਸੀਗਾ 14 'ਚ ਮੈਂ 15 ਲੱਖ ਰੁਪਇਆ ਤੁਹਾਡੇ ਖਾਤਿਆਂ 'ਚ ਪਾਊਂਗਾ। ਜੀ 14 ਤੋਂ ਲੈ ਕੇ ਹੁਣ ਤੱਕ ਐਂ ਵੇਖ ਲਓ ਆਪਣੇ ਪੰਜਾਬੀਆਂ ਦੇ ਕਿੰਨੇ ਲੱਖ ਜਿਹੜੇ ਵਿਦੇਸ਼ੀ ਬੈਂਕਾਂ 'ਚ ਜਮ੍ਹਾਂ ਹੋ ਗਏ। ਜੀ ਜਵਾਕ ਤਾਂ ਬਾਹਰ ਨੂੰ ਭੱਜੇ ਜਾਂਦੇ ਆ ਜੀ ਤੇ ਆਪਾਂ ਕਰਾਂਗੇ ਉਹਦੇ ਤੇ ਕੀ? ਜੀ ਸੋ ਇਹਦਾ ਸਾਨੂੰ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਪੈਣਗੇ। ਸਾਰੇ ਬੰਦਿਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਜੀ ਜਦੋਂ ਤੱਕ ਅਸੀਂ ਸੈਲਫ ਜੀ ਸਕਿੱਲ ਡਿਵੈਲਪਮੈਂਟ ਜੀ ਤੇ ਉੱਤੇ ਕਿੱਤਾ ਮੁਖੀ ਕੋਰਸਾਂ ਨੂੰ ਅਪਣਾ ਕੇ ਲੋਕਾਂ ਨੂੰ ਕਿੱਤਾ ਮੁਖੀ ਕੋਰਸਾਂ ਤੇ ਲਾਈਏ। ਜੀ ਇੱਕ ਜਿਹੜੀ ਲਾਲ ਫੀਤਾਸ਼ਾਹੀ ਨੇ ਲੁੱਟ ਮਚਾਈ ਵੀ ਹੈ, ਜੀ ਆ ਜਿੰਨੇ ਡੁੱਬਦਾ ਕੇਂਦਰ ਫਲਾਨਾ ਕੇਂਦਰ ਬਣਾਏ ਨੇ ਇਹ ਸਾਰੇ ਬੰਦ ਹੋਣੇ ਚਾਹੀਦੇ ਆ। ਲੁੱਟ ਬੰਦ ਹੋਣੀ ਚਾਹੀਦੀ ਹੈ। ਕੋਈ ਬੰਦਾ ਕੰਮ ਕਰਦਾ ਹੈ, ਹੁਣ ਮੈਂ ਨਾਂ ਕਿਹਦਾ ਲਵਾਂ, ਜੀ ਉਹ ਸਾਰੇ ਲੁੱਟਣ ਜਾਂਦੇ ਨੇ ਉਹਨੂੰ। ਜੀ ਕੋਈ ਮੈਂ ਤੇਰੇ ਸੈਂਪਲ ਭਰ ਲੂੰਗਾ, ਜੀ ਮੈਂ ਤੇਰਾ ਫਲਾਨਾ ਭਰ ਲੂੰਗਾ। ਜੀ ਜੇ ਕੋਈ ਚੱਜ ਦਾ ਕੰਮ ਕਰਦਾ ਉਹਨੂੰ ਕਰਨ ਨਹੀਂ ਦਿੰਦੇ। ਜੀ ਇੱਥੇ ਤੁਸੀਂ ਦੇਖੋ ਆ ਹੁਣ ਦੀਵਾਲੀ ਦਾ ਸੀਜ਼ਨ ਸ਼ੁਰੂ ਹੋ ਗਿਆ ਜੀ ਤਾਂ ਸਿੰਥੈਟਿਕ ਖੋਆ, ਸਿੰਥੈਟਿਕ ਮਠਾਈਆਂ, ਜੀ ਇਹ ਕਿੱਦੋਂ ਤੋਂ ਰਿਵਾਜ ਚੱਲ ਰਿਹਾ। ਕਿੰਨੇ ਬੰਦਿਆਂ ਨੂੰ ਪਹਿਲਾਂ ਪਿਛਲੀ ਸਰਕਾਰ ਦੱਸਦੇ 10 ਸਾਲ ਜਿਨ੍ਹਾਂ ਦਾ ਰਾਜ ਰਿਹਾ ਕਿ ਕਿੰਨੇ ਬੰਦਿਆਂ ਨੂੰ ਤੁਸੀਂ ਫੜ ਕੇ ਅੰਦਰ ਦਿੱਤਾ ਤੇ 4.5 ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਦੱਸਦੇ
ਜੀ ਕਿ ਜਿਹੜੇ ਬੰਦੇ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ, ਸਾਤੋਂ ਪੈਸੇ ਵੀ ਪੂਰੇ ਲੈਣੇ ਨੇ ਜੀ ਤੇ ਸਾਡੇ ਪੱਲੇ ਵੀ ਬਿਮਾਰੀ ਪਾਈ ਜਾ ਰਹੀ ਹੈ। ਜੀ ਉਹਦੇ ਤੇ ਕਿੰਨਾ ਕੁ ਸਿਹਤ ਮਹਿਕਮੇ ਨੇ ਕੰਮ ਕੀਤਾ। ਜੀ ਆਹ ਦੋ ਉਦਾਹਰਨਾਂ ਮੈਂ ਦਿੰਦਾ। ਜੀ ਇੱਕ ਤਾਂ ਆਪਣੇ ਸ਼ਹਿਰ ਦੇ ਵਿੱਚ ਇੱਕ ਟਿਊਬਵੈੱਲ ਖੋਲ੍ਹਣ ਵਾਸਤੇ ਤੇਜ਼ਾਬ ਪਾਉਂਦਾ ਸੀ, ਜੀ ਉਹਦਾ ਕੁਝ ਹੋ ਗਿਆ। ਆਪਣੇ ਸ਼ਹਿਰ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ, ਜੀ 15-16 ਸਾਲ ਪਹਿਲਾਂ ਜੀ ਇੱਕ ਖੋਆ ਫੜਿਆ ਗਿਆ ਸੀ ਫੈਕਟਰੀ ਏਰੀਏ ਦੇ ਵਿੱਚ। ਜੀ ਅਸੀਂ ਲੋਕ ਉਹਦੇ ਅੱਖੀ ਗਵਾਹ ਆ। ਉਹ 'ਚ ਸੁੰਡ ਚੱਲਦੇ ਸੀ, ਜੀ ਉਹ 'ਚ ਭਈਏ ਲਤੜ ਕੇ ਪੌੜੀਆਂ ਬਣਾਈ ਫਿਰਦੇ ਸੀ। ਜੀ ਉਹਦਾ ਸੈਂਪਲ ਪਾਸ ਹੋ ਕੇ ਆ ਗਿਆ। ਜੀ ਤੇ ਜਦੋਂ ਲੁੱਟ ਖੋਹ ਦੇ ਵਿੱਚ ਇਹ ਸਾਰਾ ਕੁਝ ਹੋਣਾ ਹੈ, ਜੀ ਇਸੇ ਤਰ੍ਹਾਂ ਇੱਕ ਖੋਆ ਦੇਵੀਗੜ੍ਹ ਦੇ ਕੋਲ ਫੜਿਆ ਗਿਆ ਸੀ। ਜੀ ਕਈ ਥਾਵਾਂ ਤੋਂ ਸਿੰਥੈਟਿਕ ਖੋਏ ਫੜੇ ਜਾਣਗੇ ਹੁਣ। ਜੀ 28-30 ਰੁਪਈਆ 35 ਰੁਪਈਆ 'ਚ ਕਿਲੋ ਖੋਆ ਆ ਰਿਹਾ ਸਹਾਰਨਪੁਰ ਤੋਂ। ਜੀ ਦੁੱਧ ਕਿੰਨੇ ਰੁਪਏ ਕਿਲੋ ਹੈ? ਹੈਗਾ ਕਿਤੇ 50-60 ਤੋਂ ਘੱਟ, 50 ਤੋਂ ਘੱਟ ਤਾਂ ਹੈ ਨਹੀਂ ਨਾ ਦੁੱਧ। ਜੀ ਜੀ ਤੇ ਖੋਆ ਕਿਵੇਂ ਤੁਹਾਨੂੰ 35 ਰੁਪਏ ਕਿਲੋ ਮਿਲ ਰਿਹਾ ਹੈਗਾ? ਜੀ ਤੇ ਫਿਰ ਖਵਾਇਆ ਕੀ ਜਾ ਰਿਹਾ? ਅੱਗ ਸਵਾਈ ਖਵਾਈ ਜਾ ਰਹੀ ਹੈ ਨਾ। ਜੀ ਪਿਛਲੇ ਸਮੇਂ ਦੌਰਾਨ ਆਪਣਾ ਜਿਹੜਾ ਵੇਰਕਾ ਹੈ ਜੀ ਜਾਂ ਮਾਰਕਫੈਡ ਹੈ, ਜੀ ਇਹਨਾਂ ਦੇ ਉਤਪਾਦ ਇਸੇ ਕਰਕੇ ਬਹੁਤ ਵਿਕੇ ਕਿ ਉਹਨਾਂ ਦਾ ਮਿਆਰ ਉਹਦੇ ਨਾਲੋਂ ਕਿਤੇ ਉੱਚਾ ਹੈ। ਲੋਕਾਂ ਨੂੰ ਖਵਾਈ ਵੀ ਜ਼ਹਿਰ ਜਾ ਰਹੀ ਹੈ, ਜੀ। ਪੈਸੇ ਵੀ ਪੂਰੇ ਲਏ ਜਾ ਰਹੇ ਨੇ। ਉਹਦੇ ਵਿੱਚ ਦੋਨੇ ਸਰਕਾਰਾਂ 10 ਸਾਲ ਉਹਨਾਂ ਦੇ, 5 ਸਾਲ ਇਹਨਾਂ ਦੇ। ਜੀ ਇੱਕ ਬੰਦਾ ਦੱਸ ਦਿਓ ਜੇ ਕਿਸੇ ਨੂੰ ਸਜ਼ਾ ਮਿਲੀ ਹੋਵੇ। ਜੀ ਸੋ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਝਾਤ ਮਾਰਨ ਦੀ ਜ਼ਰੂਰਤ ਹੈਗੀ ਹੈ। ਜੀ। ਲੋਕਾਂ ਦੀ ਸਿਹਤ ਨਾਲ, ਲੋਕਾਂ ਦੀ ਸਿੱਖਿਆ ਨਾਲ ਖਿਲਵਾੜ ਨਾ ਕਰੋ। ਜੇ ਕੋਈ ਸਰਕਾਰ ਇਹਨਾਂ ਦੋਨਾਂ ਚੀਜ਼ਾਂ ਨੂੰ, ਸਿੱਖਿਆ ਤੇ ਜਿਹੜਾ ਸਿਹਤ ਹੈ, ਇਹਨੂੰ ਸੁਧਾਰ ਕੇ ਲਿਆ ਦੇਵੇ ਜੀ ਤਾਂ ਬਹੁਤ ਅੱਗੇ ਜਾਇਆ ਜਾ ਸਕਦਾ ਹੈ। ਮੈਂ ਇਹ ਸਮਝਦਾ ਕਿ ਸਬ ਡਿਵੀਜ਼ਨ ਲੈਵਲ ਦੇ ਉੱਤੇ ਛੋਟਾ ਕੇਂਦਰ, ਜੀ। ਹਰ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਸਿਹਤ ਕੇਂਦਰ ਹੋਵੇ। ਜੀ। ਆਹ ਖਿਡਾਰੀਆਂ ਦੀ ਗੱਲ ਕਰ ਲਓ, ਹੁਣ ਤਾਂ ਬਥੇਰੇ ਪੈਸੇ ਉਹਨਾਂ ਨੂੰ ਦੇਤੇ ਪਿਛਲੇ 5 ਸਾਲ ਦੀ, ਤੇ 10 ਸਾਲ ਪੁਰਾਣਿਆਂ ਦੀ ਰਿਪੋਰਟ ਕੱਢੋ ਕਿ ਉਹਨਾਂ ਨੇ ਇਹਨਾਂ ਖਿਡਾਰੀਆਂ ਨੂੰ ਪੈਦਾ ਕਰਨ ਵਾਲੀਆਂ ਕਿੰਨੀਆਂ ਕੁ ਅਕੈਡਮੀਆਂ ਪੈਦਾ ਕੀਤੀਆਂ ਨੇ, ਜੀ। ਕਿੰਨੀਆਂ ਕੁ ਨਰਸਰੀਆਂ ਪੈਦਾ ਕੀਤੀਆਂ ਨੇ। ਕੁਝ ਜੀ। ਨਹੀਂ, ਜ਼ੀਰੋ ਆ ਸਾਡਾ ਸਾਰੇ ਪਾਸਿਆਂ ਤੋਂ ਮਾਮਲਾ। ਆ ਜਿਹੜੇ ਹਾਕੀ ਵਾਲੇ ਆ, ਸਰਜੀਤ ਅਕੈਡਮੀ ਦੇ ਸਭ ਤੋਂ ਵੱਧ ਬੰਦੇ ਆ, ਪੰਜਾਬ ਦੇ 10 ਬੰਦੇ ਖੇਡ ਰਹੇ ਨੇ। ਜੀ ਤਾਂ ਸਰਕਾਰ ਨੇ ਉਹ 'ਚ ਕਿਹੜਾ ਯੋਗਦਾਨ ਪਾਇਆ ਸੀ? ਜੀ ਟਵੀਟ ਕਰ ਦਿੰਦੇ ਨੇ। ਹਾਂਜੀ, ਟਵੀਟ ਕਰ ਦਿੰਦੇ ਨੇ, ਬਸ ਟਵੀਟ ਕਰ ਦਿੰਦੇ ਨੇ, ਗੱਲ ਖਤਮ ਹੋ ਗਈ। ਹੁਣ ਫੋਟੋ ਖਿਚਾ ਲਈ ਜੀ ਤਾਂ ਸਰਕਾਰ ਨੇ ਕਰਤਾ ਵੀ ਇਹ ਤਾਂ ਅਸੀਂ ਪੈਦਾ ਕੀਤੇ ਨੇ। ਉਹ ਬੱਚਿਆਂ ਨੂੰ ਤਾਂ ਦਾ ਪਰਿਵਾਰਾਂ ਨੂੰ, ਉਹਨਾਂ ਦੇ ਕੋਚੇਜ ਨੂੰ, ਉਹਨਾਂ ਦੇ ਸਮਰਥਕਾਂ ਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹਨਾਂ ਦੇ ਲਈ ਯੋਗਦਾਨ ਪਾਇਆ। ਜੀ 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 ਢਿੱਲੋਂ ਸਾਹਿਬ, ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਹੁਣ ਕਿਸਾਨ ਲਗਾਤਾਰ ਸਿਆਸੀ ਲੀਡਰਾਂ ਵਿਰੋਧ ਕਰ ਰਹੇ ਨੇ, ਪਿਛਲੇ ਕੁਝ ਦਿਨ ਪਹਿਲਾਂ ਨਾਭਾ ਦੇ ਵਿੱਚ ਪਿੰਡ ਚਹਿਲ ਦੇ ਵਿੱਚ ਕੁਝ ਬੀਬੀਆਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਕੀਤਾ ਸੀਗਾ, ਪਰ ਹੁਣ ਸਾਧੂ ਸਿੰਘ ਧਰਮਸੋਤ ਨਾਲ ਉਹਨਾਂ ਦਾ ਸਮਝੌਤਾ ਹੋਇਆ। ਤੁਸੀਂ ਦੇਖ ਲਓ ਕਿ ਮੰਤਰੀ ਨਾਲ ਕਿਸਾਨ ਹੁਣ ਸਮਝੌਤਾ ਕਰਨ ਲੱਗ ਗਏ ਬਹਿ ਕੇ ਵੀ ਸਾਡੇ ਕੋਈ ਗੁੱਸਾ ਗਿਲਾ ਹੈ ਨਹੀਂ। ਦੇਖੋ, ਮੇਰੇ ਖਿਆਲ ਜਿਸ ਇਸ਼ੂ ਨੂੰ ਲੈ ਕੇ ਉਹ ਗੱਲ ਵਾਪਰੀ ਸੀ, ਜੀ ਕੋਈ ਧੱਕਾ ਹੋਇਆ ਸੀ, ਜੀ ਜੀ ਉਹਦੇ ਵਿੱਚ ਪਤਾ ਲੱਗਿਆ ਕਿ ਕੋਈ ਉਸ ਪਰਿਵਾਰ ਦੇ ਨਾਲ ਜੀ ਕੋਈ ਸਾਂਝ ਪਈ ਹੈ। ਜੀ ਚਲੋ, ਦੇਰ ਆਏ ਦਰੁਸਤ ਆਏ। ਜੀ ਜੇ ਉਸ ਪਰਿਵਾਰ ਸਮਝਦਾ ਹੈ ਜੀ ਕਿ ਮੈਨੂੰ ਇਨਸਾਫ ਮਿਲ ਗਿਆ ਹੈ ਜੀ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈਗੀ। ਜੀ ਅਸੀਂ ਕੋਈ ਇਹਨਾਂ ਦੇ ਵਿਰੋਧੀ ਨਹੀਂ ਹੈਗੇ। ਜੀ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜੋ ਲੋਕਾਂ ਨਾਲ ਤੁਸੀਂ ਵਾਅਦਾ ਕਰਦੇ ਹੋ ਨਾ, ਉਹ ਕਰਕੇ ਦਿਖਾਓ। ਜੀ ਫੋਕੇ ਗੱਲਾਂ ਨਾ ਕਰੋ। ਜੀ। ਹੁਣ ਜਦੋਂ ਇਹ ਪਿੰਡਾਂ ਦੇ ਵਿੱਚ ਜਾਣ, ਜੀ ਮੈਂ ਅੱਜ ਪਹਿਲਾਂ ਵੀ ਕਿਹਾ, ਦੁਬਾਰਾ ਕਹਿ ਦਿੰਦਾ ਜੀ ਕਿ ਰੇਲਾਂ ਤੇ ਸੜਕਾਂ ਰੋਕਣ ਦੀ ਥਾਂ ਤੇ ਜੀ ਲਿਟਰੇਚਰ ਬਣਾਓ, ਬਹੁ ਭਾਸ਼ਾਈ। ਜੀ ਉਹ ਲਿਟਰੇਚਰ ਹਰੇਕ ਬੰਦੇ ਨੂੰ ਇੱਥੇ ਟੋਲ ਟੈਕਸਾਂ ਤੇ ਖੜ ਕੇ ਵੰਡੋ, ਜੀ ਪਿੰਡ ਪਿੰਡ ਪਹੁੰਚਾਓ ਕਿ ਆਹ ਖੇਤੀ ਕਾਨੂੰਨ ਨੇ, ਇਸ ਤਰ੍ਹਾਂ ਹੱਲ ਹੋ ਸਕਦੇ ਨੇ, ਆਹ ਇਹਨਾਂ ਦਾ ਹੱਲ ਹੈ ਜੀ ਤੇ ਸਾਨੂੰ ਉਹਦੇ ਲਈ ਕੀ ਕਰਨਾ ਪਵੇਗਾ। ਜੀ ਜੇ ਅਸੀਂ ਕਹੀਏ ਇਕੱਲੀਆਂ ਸਰਕਾਰਾਂ ਜ਼ਿੰਮੇਵਾਰ ਨੇ, ਸਰਕਾਰਾਂ ਦੇ ਨਾਲ ਅਸੀਂ ਵੀ ਜ਼ਿੰਮੇਵਾਰ ਹਾਂ। ਜੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਅਸੀਂ, ਹੁਣ ਅੱਜ ਦੀ ਉਹ ਖਬਰ ਹੈ ਜੀ ਕਿ ਬਿਜਲੀ ਬੋਰਡ ਦੀ ਟੀਮ ਗਈ ਆ ਬਿਜਲੀ ਚੈੱਕ ਕਰਨ ਵਾਸਤੇ, ਜੀ ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਨੂੰ ਬੰਦੀ ਕਈ ਵਾਰੀ ਬੰਦੀ ਬਣਾਇਆ, ਡੱਕਿਆ ਜਾਂਦਾ ਹੈ। ਜੀ ਇਹ ਕਿੱਧਰ ਦਾ ਇਨਸਾਫ ਹੈ? ਇਹ ਕਿਹੜੀ ਗੱਲ ਤੁਸੀਂ ਵਧੀਆ ਕਰ ਰਹੇ ਹੋ? ਜੀ ਜੇ ਗਲਤ ਨੂੰ ਗਲਤ ਨਹੀਂ ਕਹਾਂਗੇ, ਕਿਸੇ ਨੇ ਕੁੰਡੀ ਲਾਈ ਵੀ ਹੈ। ਸਭ ਤੋਂ ਵੱਧ ਚੋਰੀ ਬਿਜਲੀ ਦੀ ਬਾਰਡਰ ਜ਼ੋਨ 'ਚ ਹੁੰਦੀ ਹੈ। ਜੀ ਬਾਰਡਰ 'ਚ ਆਉਣ ਵਾਲੇ ਮੰਤਰੀ ਸੰਤਰੀ ਮੈਨੂੰ ਦੱਸਣ ਤਾਂ ਸਹੀ ਜੀ ਵੀ ਉਹਨਾਂ ਨੇ ਕੀਤਾ ਕੀ ਹੈ। ਜੇ ਅਸੀਂ ਕਰੋੜਾਂ ਅਰਬਾਂ ਦੀ ਨਾਲ ਬਣਾਈ ਹੋਈ ਬਿਜਲੀ ਨੂੰ ਜੀ ਚੋਰੀ ਕਰਨ ਵਾਲਿਆਂ ਦੀ ਹਮਾਇਤ ਕਰਾਂਗੇ, ਜੀ ਮੈਂ ਤਾਂ ਨਹੀਂ ਇਸ ਗੱਲ ਦੇ ਨਾਲ ਖੜਦਾ ਹੈਗਾ। ਜੀ ਜਿੱਥੇ ਸਾਡੇ ਕਿਸਾਨ ਆਗੂਆਂ ਨਾਲ ਧੱਕਾ ਹੁੰਦਾ ਹੈ, ਫਸਲਾਂ ਦੇ ਭਾਅ ਨਾਲ ਧੱਕਾ ਹੁੰਦਾ ਹੈ, ਉੱਥੇ ਅਸੀਂ ਡਟ ਕੇ ਖੜੇ ਹਾਂ, ਮੂਹਰੇ ਹੋ ਕੇ ਗੱਲ ਕਰਾਂਗੇ। ਜੀ ਅੱਜ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ, ਆਪਣਾ ਚੈਨਲ ਡਟ ਕੇ ਜੀ ਕਿਸਾਨਾਂ ਦੇ ਨਾਲ ਖੜਾ। ਪਰ ਜਿੱਥੇ ਬਿਜਲੀ ਚੋਰੀ ਵਾਲੇ ਮਾਮਲੇ 'ਚ ਜਾ ਕੇ ਤੁਸੀਂ ਵਿਰੋਧ ਕਰੋਗੇ, ਜੀ ਉੱਥੇ ਅਸੀਂ ਬਿਲਕੁਲ ਤੁਹਾਡੇ ਨਾਲ ਨਹੀਂ ਹੈਗੇ। ਜੀ ਜਿਹੜੇ ਸਾਡੇ ਆਗੂ ਨੇ ਜੀ ਉਸ ਜ਼ਿਲ੍ਹੇ ਨਾਲ ਸੰਬੰਧਿਤ, ਉਹਨਾਂ ਨੂੰ ਜਾ ਕੇ ਸਮਝਾਉਣਾ ਚਾਹੀਦਾ ਹੈ। ਜੀ ਤੁਸੀਂ ਬਿਜਲੀ ਘੱਟ ਬਾਲ ਲਓ, ਜੀ ਬਿੱਲ ਘੱਟ ਆ ਜਾਊਗਾ। ਜੀ
ਕਈ ਚੀਜ਼ਾਂ ਦੇ ਵਿੱਚ ਸੁਧਾਰ ਸਾਨੂੰ ਆਪ ਲਿਆਉਣੇ ਪੈਣਗੇ, ਪਿੰਡ ਪੱਧਰ ਤੇ ਲਿਆਉਣੇ ਪੈਣਗੇ। ਜੀ। ਬਹੁਤ ਸਾਰੀਆਂ ਉਨਤਾਈਆਂ ਹੈਗੀਆਂ, ਜੇ ਅਸੀਂ ਜਥੇਬੰਦਕ ਹੋ ਕੇ ਭਾਈਚਾਰਕ ਤੌਰ ਤੇ ਇਕੱਠੇ ਬੈਠ ਕੇ ਉਹਨਾਂ ਦਾ ਹੱਲ ਕਰ ਲਈਏ, ਗਾਹਾਂ ਜਾਣ ਦੀ ਜ਼ਰੂਰਤ ਨਹੀਂ। ਹਰੇਕ ਪਿੰਡ ਆਪਦੀ ਇਕਾਈ ਬਣ ਜੇ, ਆਪ ਹੀ ਆਪਾਂ ਹੱਲ ਕਰ ਲਈਏ। ਜੀ। ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਂ ਦੇਖਿਆ ਉਹਨਾਂ ਨੇ ਮਤੇ ਪਾਏ ਵੇ ਨੇ ਕਿ ਅਸੀਂ ਕੋਈ ਕੇਸ ਥਾਣੇ ਨਹੀਂ ਜਾਣ ਦੇਣਾ, ਪਿੰਡ ਦੀ ਸੱਥ 'ਚ ਬਹਿ ਕੇ ਹੀ ਨਿਬੇੜਦੇ ਨੇ। ਜੀ। ਕਿੱਡੀ ਵਧੀਆ ਗੱਲ ਹੈ। ਪਰ ਪਿੰਡਾਂ ਦੇ ਵਿੱਚ ਕਈ ਸਿਆਸੀ ਲੀਡਰਾਂ ਦੇ ਚਮਚੇ ਵੀ ਹੁੰਦੇ ਨੇ, ਉਹ ਕਰ ਨਹੀਂ ਦਿੰਦੇ ਜੀ। ਗੱਲ ਤਾਂ ਉਹੀ ਹੁੰਦੀ ਆ ਨਾ ਜੀ, ਤੁਸੀਂ ਇਹ ਗੱਲ ਕਰ ਲਓ, ਪੰਚਾਇਤ ਦਾ ਅਸਲੀ ਰੂਪ ਆ ਜਾਵੇ, ਪੰਚਾਇਤਾਂ ਦੇ ਵਿੱਚ ਇਕਾਈਆਂ ਬਣ ਜਾਣ, ਪੰਚਾਇਤਾਂ ਨੂੰ ਜੋ ਉਹਨਾਂ ਦੇ ਅਧਿਕਾਰ ਨੇ ਉਹਨਾਂ ਤੇ ਕੰਮ ਕਰਨ। ਹੁਣ ਪੰਚਾਇਤ ਤਾਂ ਬਣਦੀ ਹੈਗੀ, ਜਿਹਦੀ ਪਾਰਟੀ ਹੈਗੀ ਉਹਦੇ ਬੰਦਿਆਂ ਨੂੰ ਚੱਕ ਚੱਕ ਕੇ ਬਣਾਈ ਜਾਂਦੇ ਆ। ਪਹਿਲੇ ਜ਼ਮਾਨੇ ਦੇ ਵਿੱਚ ਉਹ ਲੋਕਾਂ ਨੂੰ ਅੱਗੇ ਲਿਆਂਦਾ ਜਾਂਦਾ ਸੀ ਜਿਹਦੇ ਘਰ 'ਚ 4 ਬੰਦੇ ਵੀ ਨੇ ਤੇ ਜਿਹੜੇ ਕਰ ਸਕਦੇ ਆ, ਘਰੋਂ ਵੀ ਚੰਗੇ ਹੋਣ। ਹੁਣ ਆ ਸਰਕਾਰ ਨੇ ਇੱਕ ਨੀਤੀ ਬਣਾਤੀ ਸੀ ਕਿ ਇੰਨੇ % ਬੀਬੀਆਂ ਨੂੰ ਦਿਓ, ਪਛੜੀਆਂ ਸ਼੍ਰੇਣੀਆਂ 'ਚੋਂ ਦਿਓ, ਅਨੁਸੂਚਿਤ ਜਾਤੀਆਂ 'ਚੋਂ ਦਿਓ। ਮੈਂ ਅੱਜ ਤੋਂ 20 ਸਾਲ ਪਹਿਲਾਂ ਸਟੋਰੀ ਕੀਤੀ ਸੀ, ਇੱਕ ਉਹਨਾਂ ਬੰਦਿਆਂ ਦੀ ਕੀਤੀ। ਇੱਕ ਔਰਤ ਆ ਨੇੜੇ ਪਿੰਡ ਗੱਜੂ ਹੈਗਾ, ਖੇੜਾ ਜੱਟਾਂ, ਉੱਥੇ ਅਨੁਸੂਚਿਤ ਜਾਤੀਆਂ 'ਚੋਂ ਔਰਤ ਸੀ, ਉਹ ਵਿਚਾਰੀ 10 ਘਰਾਂ ਦਾ ਗੋਹਾ ਕੂੜਾ ਕਰਕੇ ਘਰ ਪਾਲਦੇ ਸੀ। ਉਹਨੂੰ ਸਰਪੰਚ ਬਣਾਤਾ, ਰੋਜ਼ ਪੁਲਿਸ ਵਾਲੇ ਬੁਲਾ ਲਿਆ ਕਰਨ, ਨਾ ਉਹ ਤਾਂ ਗੋਹਾ ਕੂੜਾ ਹੋਇਆ ਕਰੇ। ਐਵੇਂ ਜਿਵੇਂ ਇੱਕ ਬੰਦਾ ਬੱਠਲ ਵੇਚਦਾ ਸੀ, ਉਹਦੇ ਘਰ ਵਾਲੀ ਨੂੰ ਬੁਲਾ ਲਿਆ, ਉਹ ਕਹਿੰਦਾ ਸਰਦਾਰ ਜੀ ਮੈਂ ਤਾਂ ਪੰਗੇ ਹੀ ਖੜਾ ਕਰ ਲਿਆ ਇਹਨੂੰ ਸਰਪੰਚ ਬਣਾ ਕੇ। ਕਹਿੰਦਾ ਜੇ ਪਿੰਡਾਂ ਦੇ ਵਿੱਚ ਇਹ ਬੱਠਲ ਵੇਚਦੇ ਸੀ, 2 ਰੁਪਏ ਆਉਂਦੇ ਸੀ, ਘਰ ਚੱਲਦਾ ਸੀ। ਕਹਿੰਦਾ ਸਿਪਾਹੀ ਆ ਕੇ ਘਰੇ ਕਹਿੰਦਾ ਸਰਪੰਚ ਸਾਹਿਬ ਨੂੰ ਕੱਲ੍ਹ ਨੂੰ ਥਾਣੇ ਲੈ ਕੇ ਆਇਓ। ਕਹਿੰਦਾ ਸਵੇਰੇ ਜਾ ਪਹੁੰਚਦੇ, ਸ਼ਾਮ ਨੂੰ ਮੁੜਦੇ ਆ, ਮਹੀਨੇ ਦੇ ਵਿੱਚ 15 ਦਿਹਾੜੀਆਂ ਖਰਾਬ ਹੋ ਜਾਂਦੀਆਂ ਨੇ, ਸਾਡਾ ਕੰਮ ਨਹੀਂ ਚੱਲਦਾ। ਸੋ ਜਦੋਂ ਇਹ ਠੰਡੇ ਕਮਰੇ 'ਚ ਨੀਤੀਆਂ ਬਣ ਗਈਆਂ, ਜ਼ਮੀਨੀ ਹਕੀਕਤਾਂ ਤੇ ਜਾ ਕੇ ਬਣਾਓ। ਮੈਂ ਕਹਿੰਦਾ ਹੈ ਕਿ ਜੋ ਇਹ ਦੇਸ਼ ਨੇ ਸੋਚਿਆ ਸੀ 10 ਸਾਲ ਦਾ ਰਾਖਵਾਂਕਰਨ ਕਰ ਦਿਓ, ਇਹਨਾਂ ਦਾ ਦਰਜਾ ਉੱਪਰ ਚੁੱਕ ਰਹੇ। ਇਹਦੇ ਤੇ ਐਡੀ ਕੁ ਸਿਆਸਤ ਹੋ ਗਈ ਕਿ ਬਹੁਤ ਸਾਰੇ ਬੰਦੇ ਤਾਂ ਜਨਰਲ ਵਰਗ ਦੇ ਬੰਦਿਆਂ ਤੋਂ ਵੀ ਕਈ ਗੁਣਾ ਅੱਗੇ ਸਰਮਾਏਦਾਰ ਬਣ ਗਏ ਤੇ ਕਈ ਜਨਰਲ ਵਰਗ ਦੇ ਵਿੱਚ ਵੀ ਗਰੀਬ ਬੈਠੇ ਨੇ। ਤੁਸੀਂ ਰਾਖਵਾਂਕਰਨ ਕਰੋ। ਇਹਨਾਂ ਨੇ ਇਹ ਸਾਰੇ ਨੂੰ ਜਾਤੀ ਧਰਮਾਂ ਦੇ ਨਾਲ ਜੋੜ ਲਿਆ। ਜੇ ਰਾਖਵਾਂਕਰਨ ਕਰਨਾ ਹੈ, ਉਹਨੂੰ ਆਰਥਿਕ ਆਧਾਰ ਮੰਨ ਲਓ। ਜਿਹੜਾ ਬੰਦਾ ਦੀ ਇੱਕ ਲਿਮਟ ਬਣਾ ਲਓ ਵੀ ਜਿਹਦੀ 2 ਲੱਖ ਤੋਂ ਆਮਦਨ ਘੱਟ ਹੈ, ਉਹਨੂੰ ਇਹ ਸਹੂਲਤ ਮਿਲੇਗੀ। ਫਿਰ ਇਹ ਸਹੂਲਤਾਂ 4-4 5-5 ਥਾਂ ਤੇ ਮਿਲੀ ਜਾਂਦੀਆਂ ਨੇ। ਕਈ ਬੰਦੇ ਇੱਥੇ ਡਾਕਟਰ ਵੀ ਦੇਖੇ ਨੇ, ਜਿਹੜੇ ਬੰਦੇ ਉਹਨਾਂ ਕੋਲੋਂ ਪੜ੍ਹੇ ਉਹ ਉਹਨਾਂ ਦੇ ਹੈੱਡ ਬਣ ਕੇ ਬਹਿ ਗਏ। ਇਹ ਚੀਜ਼ਾਂ ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ। ਅਸੀਂ ਕਹਿੰਦੇ ਹਾਂ ਪਛੜਿਆ ਵਰਗ ਕੋਈ ਹੋਵੇ, ਕਿਸੇ ਜਾਤੀ ਨਾਲ ਸੰਬੰਧਿਤ ਹੋਵੇ, ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਜਿਹੜਾ ਬੰਦਾ ਪਛੜਿਆ ਉਹਦਾ ਉੱਪਰ ਚੁੱਕਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਪਿੰਡਾਂ ਵਿੱਚ ਵੀ ਇਕਾਈਆਂ ਬਣਾਓ। ਜਿਹੜਾ ਬੰਦਾ ਕੋਈ ਮਾੜਾ ਮੋਟਾ 4 ਪੈਸੇ ਹੈਗੇ ਨੇ, ਜੇ ਨਾਲ ਦਾ ਗੁਆਂਢੀ ਆਰਥਿਕ ਪੱਖੋਂ ਕਮਜ਼ੋਰ ਹੈ, ਆਪਾਂ ਆਮ ਹੀ ਮਦਦ ਕਰ। ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਬਹੁਤ ਹੁੰਦਾ ਸੀ, ਜੇ ਕਿਸੇ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਹੋਣਾ ਤਾਂ ਆਸੇ ਪਾਸੇ ਦੀਆਂ ਔਰਤਾਂ, ਕਿਸੇ ਨੇ ਕਹਿ ਦੇਣਾ ਮੈਂ ਭਾਂਡੇ ਲੈ ਕੇ ਦੇ ਦੇਣੀ ਆ, ਔਰਤਾਂ ਹੀ ਮਦਦ ਕਰ ਦਿੰਦੀਆਂ ਸੀ। ਕਿਸੇ ਨੇ ਕਹਿਣਾ ਚਲੋ ਐਂ ਕਰੋ ਆਪਾਂ 5 ਘਰ ਰਲ ਕੇ ਇਹਨੂੰ 5 ਬਿਸਤਰੇ ਦੇ ਦਿਓ। ਮਤਲਬ ਇਕੱਠੇ ਹੋ ਕੇ ਉਹਦੀ ਕੁੜੀ ਵਿਆਹੀ ਗਈ ਤੇ ਆਪਾਂ ਨੂੰ ਇੱਕ ਬਿਸਤਰੇ ਨਾਲ ਦਾ 4-4 ਭਾਂਡਿਆਂ ਨਾਲ ਕੋਈ ਫਰਕ ਨਹੀਂ ਪਿਆ। ਇਹ ਪਹਿਲਾਂ ਚੱਲਦਾ ਸੀ, ਜਿਹੜਾ ਕਿ ਹੁਣ ਖੜੋਤ ਆ ਗਈ ਹੈ। ਇਹਨਾਂ ਚੀਜ਼ਾਂ ਨੂੰ ਮੁੜ ਸਾਨੂੰ ਨਿਲਾਮ ਪਵੇਗਾ। ਜਿਵੇਂ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਸੁਚੇਤ ਕੀਤਾ, ਲੋਕਾਂ ਨੂੰ ਸੰਗਠਿਤ ਕੀਤਾ, ਲੋਕਾਂ 'ਚ ਭਾਈਚਾਰਕ ਸਾਂਝ ਬਣਾਈ ਹੈ। ਮੈਂ ਕਿਸਾਨ ਆਗੂ ਨੂੰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੇ ਕੰਮ ਵੀ ਜਿੱਦਣ ਤੁਸੀਂ ਉੱਥੋਂ ਜਿੱਤ ਕੇ ਆ ਜਾਓ, ਇਹਨੂੰ ਵੀ ਸ਼ੁਰੂ ਕਰਾਓ। ਭਾਵੇਂ ਜੇ ਆਪਾਂ ਪੰਜਾਬ 'ਚੋਂ ਸ਼ੁਰੂ ਕਰ ਲਈਏ ਤਾਂ ਅੱਜ ਤੋਂ 5 ਸਾਲਾਂ ਦੇ ਵਿੱਚ ਜਿਹੜੀਆਂ ਅਲਾਮਤਾਂ ਸਾਡੇ ਤੇ ਲੱਗੀਆਂ ਹੋਈਆਂ ਨੇ, ਇਹਨਾਂ ਤੋਂ ਪੰਜਾਬ ਬਚ ਕੇ ਦੂਜਿਆਂ ਲਈ ਫਿਰ ਇੱਕ ਵਾਰੀ ਰਾਹ ਦਸੇਰਾ ਬਣ ਜਾਵੇਗਾ। ਜੇਕਰ ਗੱਲ ਕੀਤੀ ਜਾਵੇ ਨਵੇਂ ਬਣੇ ਕਾਂਗਰਸ ਦੇ ਪ੍ਰਧਾਨ ਦੀ, ਪੰਜਾਬ ਪ੍ਰਧਾਨ ਦੀ, ਤਾਂ ਉਹਨਾਂ ਦੇ ਜਿਹੜੇ ਸਲਾਹਕਾਰ ਲਗਾਏ ਗਏ ਨੇ ਉਹ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ, ਜਿਸ ਨੂੰ ਲੈ ਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਉਹਨਾਂ ਦੇ ਸਲਾਹਕਾਰਾਂ ਤੋਂ ਜਿਹੜੇ ਜਵਾਬ ਦਿੰਦੇ ਨੇ, ਜਿਹੜੇ ਉਹ ਜਵਾਬ ਮੰਗਦੇ ਨੇ ਜੀ, ਉਹਨਾਂ ਦੇ ਜਵਾਬ ਮੰਗਣੇ, ਜਾਣਕਾਰੀ ਮੰਗੀ ਆ, ਜਿਹੜੇ ਉਹ ਬਿਆਨ ਜਾਰੀ ਕਰਦੇ। ਦੇਖੋ ਸੁਖਵੀਰ, ਮੈਂ ਇੱਕ ਗੱਲ ਕਹਾਂ, ਜਿਹੜਾ ਮਾਲੀ ਸਾਹਿਬ ਨੇ ਕਿਹਾ ਹੈਗਾ ਜੰਮੂ ਕਸ਼ਮੀਰ ਬਾਰੇ ਵੀ ਕਸ਼ਮੀਰ ਕਸ਼ਮੀਰੀਆਂ ਦਾ, ਇਹ ਕੋਈ ਮਾੜੀ ਗੱਲ ਨਹੀਂ ਕਹੀ। ਇਹਨੂੰ ਬਾਤ ਨੂੰ ਬਤੰਗੜ ਬਣਾਇਆ ਗਿਆ। ਦੂਜੀ ਗੱਲ ਦਾ ਮੈਨੂੰ ਪਤਾ ਨਹੀਂ, ਇਹ ਗੱਲ ਦੇ ਵਿੱਚ ਘੱਟੋ ਘੱਟੇ ਬਾਤ ਦਾ ਬਤੰਗੜ ਹੈ। ਅਸੀਂ ਇਹ ਨਹੀਂ ਕਹਿੰਦੇ ਪੰਜਾਬ ਪੰਜਾਬੀਆਂ ਦਾ, ਹਰਿਆਣਾ ਹਰਿਆਣਵੀਆਂ ਦਾ, ਹਿਮਾਚਲ ਹਿਮਾਚਲੀਆਂ ਦਾ, ਇਹ ਤਾਂ ਅਕਸਰ ਕਹਿ ਦਿੰਦੇ ਆ। ਇਹਦੇ ਵਿੱਚ ਫਿਰ ਦੇਸ਼ ਤੋੜਨ ਵਾਲੀ ਕਿਹੜੀ ਗੱਲ ਕਹਿਤੀ? ਜੇ ਉਹਨੇ ਕਹਿਤਾ ਵੀ ਕਸ਼ਮੀਰ ਕਸ਼ਮੀਰੀਆਂ ਦਾ, ਉਹਨਾਂ ਨੂੰ ਸੋਚਣ ਦਿਓ, ਉਹਨਾਂ ਨੂੰ ਕਰਨ ਦਿਓ। ਸੋ ਕਈ ਚੀਜ਼ਾਂ ਇਸ ਵੇਲੇ ਜਾਣ ਬੁੱਝ ਕੇ ਪਾਰਟੀ ਦੇ ਅੰਦਰੋਂ ਵੀ, ਜਿਨ੍ਹਾਂ ਦੇ ਪੈਰ ਮਿੱਧ ਕੇ ਨਵਜੋਤ ਸਿੰਘ ਸਿੱਧੂ ਆਇਆ ਹੈ,
ਉਹਨਾਂ ਨੂੰ ਕਿਵੇਂ ਭਾਊਂਗਾ ਕਿ ਨਵਜੋਤ ਸਿੰਘ ਸਿੱਧੂ ਕਾਮਯਾਬ ਹੋਵੇ ਇੱਥੇ। ਜੀ ਜਿਹੜੇ ਲੰਬੇ ਸਮੇਂ ਤੋਂ ਚਿੰਬੜੇ ਹੋਏ ਨੇ, ਆਪਸ ਵਿੱਚ ਦੀ ਮਿਲ ਕੇ ਚੱਲਦੇ ਨੇ। ਜੀ ਜੇ ਅੱਜ ਨਵਜੋਤ ਸਿੰਘ ਸਿੱਧੂ ਕਾਮਯਾਬ ਹੋ ਜਾਂਦਾ ਹੈ ਤਾਂ ਜਿਹੜੇ 75-25 ਖੇਡਦੇ ਸੀ ਉਹਨਾਂ ਦੀ ਖੇਡ ਥਾਂ ਖਤਮ ਹੋ ਜਾਵੇਗੀ। ਉਹਨਾਂ ਨੂੰ ਇਹ ਭਾਵੇਗਾ ਨਹੀਂ। ਮੈਂ ਨਵਜੋਤ ਸਿੰਘ ਸਿੱਧੂ ਨੂੰ ਬੇਨਤੀ ਕਰਦਾ ਤੇ ਉਹਨਾਂ ਦੇ ਸਲਾਹਕਾਰ ਸਾਹਿਬਾਨਾਂ ਨੂੰ ਵੀ ਕਿ ਉਹ ਜਿਹੜੀ ਸਲਾਹ ਇੱਕ ਗੱਲ ਕੈਪਟਨ ਸਾਹਿਬ ਨੇ ਕਹੀ ਹੈ ਅੱਜ, ਉਹ ਕਿਸੇ ਹੱਦ ਤੱਕ ਠੀਕ ਵੀ ਹੈ ਜੀ ਵੀ ਜਿਹੜੀ ਸਲਾਹ ਆ ਉਹ ਸਿੱਧੂ ਸਾਹਿਬ ਨੂੰ ਦਿਓ ਜੀ, ਉਹਨੂੰ ਨਾ ਕਿ ਮੀਡੀਆ ਦੇ ਵਿੱਚ ਉਛਾਲੋ। ਇਹਦਾ ਸਿੱਧੂ ਸਾਹਿਬ ਨੂੰ ਕੋਈ ਕਾਇਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਕਿਹੜੇ ਬੰਦੇ ਨੇ ਮੀਡੀਆ ਦੇ ਵਿੱਚ ਜਾਣਾ ਹੈ। ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਤਾਂ ਮੀਡੀਆ ਐਡਵਾਈਜ਼ਰ ਵੀ ਲਾ ਲਏ ਦੋ ਉਹਨਾਂ ਨੇ। ਇਹ ਮੀਡੀਆ 'ਚ ਜਾਣ ਵਾਲੀ ਪ੍ਰਥਾ ਜਿਹੜੀ ਆ ਮੀਡੀਆ ਐਡਵਾਈਜ਼ਰਾਂ ਤੇ ਛੱਡ ਦੇਣੀ ਚਾਹੀਦੀ ਹੈ ਜੀ, ਤਾਂ ਬਾਕੀਆਂ ਨੂੰ ਵਾਰ-ਵਾਰ ਨਹੀਂ ਜਾਣਾ ਚਾਹੀਦਾ। ਪਰ ਜਿਹੜੇ ਲੋਕਾਂ ਨੂੰ ਦੀਆਂ ਕੁਰਸੀਆਂ ਖੁੱਸੀਆਂ ਨੇ ਤੇ ਖੁੱਸਣ ਦੀਆਂ ਸੰਭਾਵਨਾ ਲੱਗਦੀ ਹੈ, ਉਹਨਾਂ ਨੇ ਕਦੇ ਨਹੀਂ ਕਹਿਣਾ। ਇਹ ਕੜੀ ਰਲ ਕੇ ਘੋਲੀ ਜਾ ਰਹੀ ਹੈ। ਲੰਬੇ ਸਮੇਂ ਤੋਂ ਪੰਜਾਬ ਇੱਕ ਤੀਜੇ ਬਦਲ ਦੀ ਉਡੀਕ ਦੇ ਵਿੱਚ ਹੈ। ਉਹ ਤੀਜਾ ਬਦਲ ਇਹ ਦੋਨੇ ਰਵਾਇਤੀ ਧਿਰਾਂ ਉਹਨੂੰ ਪੈਰਾਂ ਥੱਲੇ ਮਧੋਲ ਦਿੰਦੀਆਂ ਨੇ। ਇਹ ਤਾਂ ਲੋਕਾਂ ਨੇ ਜਾਣਾ ਕਿ ਕੀ ਉਹਨਾਂ ਨੇ ਤੀਜਾ ਬਦਲ ਲਿਆਉਣਾ ਹੈ ਜਾਂ ਵਾਰੀ-ਵਾਰੀ ਇਹਨਾਂ ਦੀ ਛਿੱਤਰ ਖਾਈ ਜਾਣੇ ਨੇ। ਜੀ, ਉਧਰ ਮਜੀਠੀਆ ਕਹਿੰਦਾ ਕਿ ਇਹਨਾਂ ਉੱਪਰ ਜਿਹੜਾ ਉਹ ਪਰਚਾ ਦਰਜ ਕੀਤਾ ਹੋਵੇ ਜਿਹੜੇ ਅਜਿਹੇ ਬਿਆਨ ਦਿੰਦੇ ਨੇ। ਜੀ ਦੇਖੋ, ਮਜੀਠੀਆ ਸਾਹਿਬ ਇੱਕ ਦੂਜੀ ਧਿਰ ਦੇ ਵਿੱਚ ਨੇ ਜੀ, ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜੀ, ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਜੀ। ਹਰ ਵਿਰੋਧੀ ਧਿਰ, ਅੱਜ ਤੱਕ ਮੈਂ ਕਿਸੇ ਵਿਰੋਧੀ ਧਿਰ ਤੋਂ ਕਿਸੇ ਦੀ ਸਰਾਹਨਾ ਕਰਦੇ ਸੁਣਿਆ ਨਹੀਂ ਜੀ, ਕੋਈ ਹੋਵੇ ਜੀ। ਉਹ ਦੂਜੀ ਧਿਰ ਦੇ ਵਿੱਚ ਨੇ। ਉਹਨਾਂ ਨੇ ਤਾਂ ਕੋਈ ਵੀ ਜਿਹੜੀ ਇਹੋ ਜਿਹੀ ਗੱਲ ਪੈਦਾ ਹੁੰਦੀ ਹੈ ਉਹਦੇ ਤੇ ਵਿਰੋਧਤਾ ਕਰਨੀ ਹੈ ਜੀ। ਇਸ ਕਰਕੇ ਇਹਨੂੰ ਬੜਾ ਨਹੀਂ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਤੇ ਨੁਕਤਾਚੀਨੀ ਕਰਨ। ਪਰ ਮੈਂ ਇਹ ਗੱਲ ਕਰਦਾ, ਭਾਵੇਂ ਸਿੱਧੂ ਸਾਹਿਬ ਹੋਣ ਜਾਂ ਮਜੀਠੀਆ ਸਾਹਿਬ ਹੋਣ, ਭਾਸ਼ਾ ਸਭ ਕੇ ਵਰਤ ਲਿਆ ਕਰੋ। ਤੁਹਾਡੀ ਜਿਹੜੀ ਭਾਸ਼ਾ ਜਿੱਥੇ ਤੁਸੀਂ ਪਹੁੰਚ ਗਏ, ਉਹਨਾਂ ਤੋਂ ਇਸ ਤਰ੍ਹਾਂ ਦੀ ਭਾਸ਼ਾ ਦਾ ਲੋਕ ਨਹੀਂ ਪਸੰਦ ਕਰਦੇ। ਕੁਝ ਥੋੜੇ ਬਹੁਤੇ 2-4% ਤੁਹਾਡੀਆਂ ਰੈਲੀਆਂ 'ਚ ਨਾਅਰੇ ਜ਼ਰੂਰ ਲਾ ਦੇਣਗੇ। ਬਾਕੀ ਜਿਹੜਾ ਆਮ ਸੱਭਿਅਕ ਬੰਦਾ ਹੈਗਾ ਉਹਨੂੰ ਇਹ ਭਾਸ਼ਾ ਚੰਗੀ ਨਹੀਂ ਲੱਗਦੀ। ਜੀ, ਕਰੋਨਾ ਦੇ ਸਮੇਂ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਇਹ ਕੋਰੀਡੋਰ ਖੋਲ੍ਹਣ ਦੀ ਜਿਹੜੀ ਉਹ ਯਤਨ ਕੀਤਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਖੋਲ੍ਹਿਆ ਜਾਵੇਗਾ। ਹਾਂ, ਉਹਨਾਂ ਨੇ ਨਾ ਜੀ ਮੇਰਾ ਖਿਆਲ ਆ ਕਿ ਇਹਦਾ ਹਾਂ ਪੱਖੀ ਹੰਗਾਰਾ ਭਰਿਆ, ਪਰ ਇਹਦੇ ਵਾਸਤੇ ਕੁਝ ਸ਼ਰਤਾਂ ਲਾਈਆਂ ਨੇ ਜੀ। ਉਹ ਕਹਿੰਦੇ ਵੀ ਇੱਕ ਤਾਂ ਉਹਦੇ ਦੋਵੇਂ ਵੈਕਸੀਨ ਦੇ ਟੀਕੇ ਲੱਗੇ ਹੋਣੇ ਚਾਹੀਦੇ ਆ ਜੀ। ਇੱਕ ਜਦੋਂ ਜਿਵੇਂ 22 ਸਤੰਬਰ ਨੂੰ ਗੁਰੂ ਸਾਹਿਬ ਦਾ ਜੋਤੀ, ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਸਮਾਗਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਉਹ ਗੁਰਪੁਰਬ ਉੱਥੇ ਮਨਾਇਆ ਜਾਵੇਗਾ ਜੀ। ਉਹ ਕਹਿੰਦੇ ਵੀ ਜਿਨ੍ਹਾਂ ਨੇ ਉਹਦੇ ਵਿੱਚ ਆਉਣਾ, ਇੱਕ ਤਾਂ ਉਹਦੇ 2 ਜਿਹੜੇ ਟੀਕੇ ਨੇ ਕਰੋਨਾ ਵੈਕਸੀਨ ਦੇ ਲੱਗੇ ਹੋਣ ਜੀ। ਇੱਕ ਮਿਤੀ ਡੇਟ ਪਾ 22 ਸਤੰਬਰ ਨੂੰ ਜਾਣਾ ਹੈ ਤਾਂ 20 ਸਤੰਬਰ ਨੂੰ ਉਹ ਆਪਦੀ ਰਿਪੋਰਟ ਕਰ ਲੈਣ ਜੀ, ਜਿਹਦੇ ਵਿੱਚ ਨੈਗੇਟਿਵ ਆਈ ਵੀ ਹੋਵੇ ਜੀ। ਪਲੱਸ ਜਦੋਂ ਉਹ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਣਗੇ ਜੀ ਤਾਂ ਇੱਕ ਟੈਸਟ ਉਹਨਾਂ ਦਾ ਉੱਥੇ ਉਹਨਾਂ ਦੀ ਟੀਮ ਵੀ ਕਰੇਗੀ, ਜਿਹੜੀ ਉਹਦਾ ਪੋਜ਼ਿਟਿਵ ਜਾਂ ਨੈਗੇਟਿਵ ਜੋ ਵੀ ਰਿਪੋਰਟ ਹੈ ਉਹ ਤੁਰੰਤ ਕਰ ਦੇਵੇਗੀ ਜੀ। ਤੇ ਉਹਨਾਂ ਨੂੰ ਫਿਰ ਆਗਿਆ ਦਿੱਤੀ ਜਾਵੇਗੀ ਵੀ ਤੁਸੀਂ ਆ ਜਾਓ, ਦਰਸ਼ਨ ਕਰੋ। ਕੋਵਿਡ ਦਾ ਪਸਾਰ ਨਾ ਹੋਵੇ, ਦੋਨਾਂ ਪਾਸਿਆਂ ਦੇ ਉੱਤੇ ਇੱਕ ਦੂਜੇ ਦੇ ਇਲਜ਼ਾਮ ਨਾ ਲੱਗਣ ਕਿ ਫਲਾਨਾ ਪਾਕਿਸਤਾਨ ਗਿਆ ਸੀ ਉੱਥੋਂ ਸਹੇੜ ਲਿਆ ਜਾਂ ਇਹ ਭਾਰਤ ਚੋਂ ਗਿਆ ਸੀ ਪਾਕਿਸਤਾਨ ਵਾਲਿਆਂ ਨੂੰ ਲੈ ਕੇ ਚਲਿਆ ਗਿਆ ਕਰੋਨਾ। ਇਹ ਇੱਕ ਸ਼ਰਤਾਂ ਰੱਖੀਆਂ ਨੇ। ਇਹਦੇ ਵਿੱਚ ਮੈਨੂੰ ਲੱਗਦਾ ਕਿ ਭਾਰਤ ਸਰਕਾਰ ਨੂੰ ਵੀ ਇਹਦਾ ਹਾਂ ਪੱਖੀ ਹੰਗਾਰਾ ਭਰ ਦੇਣਾ ਚਾਹੀਦਾ ਤੇ ਫਿਰ ਸਤੰਬਰ ਦੇ ਵਿੱਚ ਦੁਬਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸੰਗਤ ਇੱਧਰੋਂ ਜਾਇਆ ਕਰੇ। ਜੀ ਜੀ, ਢਿੱਲੋਂ ਸਾਹਿਬ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ। ਇਹ ਸਾਡੇ ਨਾਲ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਪੰਜਾਬ ਦੇ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ ਹੈ ਤੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਸਰਕਾਰਾਂ ਨੇ ਜਾਂ ਸਿਆਸੀ ਲੀਡਰ ਨੇ ਜਾਂ ਜਿਹੜੇ ਆਪਣੇ ਕਿਸਾਨ ਆਗੂ ਨੇ, ਕਿ ਉਹ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਆਪਣੇ ਆਪਣੇ ਫੈਸਲੇ ਲੈਣ ਤਾਂ ਆਪਣੇ ਉਹ ਜਿਹੜੇ, ਜੇ ਉਹਨਾਂ ਨੇ ਸਿਆਸੀ ਲੀਡਰਾਂ ਦੇ ਨਾਲ ਗੱਠਜੋੜ ਨਹੀਂ ਕਰਨਾ ਤਾਂ ਆਪਣੇ ਹਲਕਿਆਂ ਦੇ ਵਿੱਚੋਂ ਕੋਈ ਬੰਦੇ ਚੁਣਨ, ਉਹਨਾਂ ਨੂੰ ਖੜੇ ਕਰਨ ਤਾਂ ਜੋ ਜਿਹੜਾ ਉਹ ਸੁਧਾਰ ਹੋ ਸਕੇ। ਤਦ ਤੱਕ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।